ਕੈਨੇਡਾ ਦੇ ਵਿੱਚ ਜੋ ਅੰਤਰਰਾਸ਼ਟਰੀ ਵਿਦਿਆਰਥੀ ਰਹਿ ਰਹੇ ਹਨ ਉਹਨਾਂ ਨੂੰ ਕਿਹੜੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ? ਕੋਈ ਵੀ ਕੰਮ ਆ ਜਿਹੜਾ ਕੰਮ ਕਰਨ ਵਾਲਾ ਹੈਗਾ ਆ ਉਹਨੂੰ ਉਹਦਾ ਜਿਹੜੀ ਤਨਖਾਹ ਸੈਲਰੀ ਹੈਗੀ ਆ ਉਹਦਾ ਮਿਹਨਤਾਨਾ ਸਮੇਂ ਸਿਰ ਮਿਲੇ। ਉਹ ਸਟੂਡੈਂਟ ਇੱਥੇ ਬੜੇ ਸੁਪਨੇ ਸਜੋ ਕੇ ਆਉਂਦੇ ਆ ਔਰ ਬੜੀ ਮਿਹਨਤ ਕਰਦੇ ਆ, ਇੱਥੇ ਆ ਕੇ ਬੜੀ ਹੱਡ ਪੱਤੀ ਮਿਹਨਤ ਕਰਦੇ ਆ। ਵਿਦਿਆਰਥੀ ਦਿਆਂ ਲਈ ਹਾਲਾਤ ਜਿਹੜੇ ਹੈਗੇ ਕੰਮ ਕਰਨ ਵਾਲੇ ਬਹੁਤ ਵਧੀਆ ਨਹੀਂ ਹੈਗੇ, ਸੁਰੱਖਿਅਤ ਨਹੀਂ ਹੈਗੇ, ਟਰਾਂਸਪੇਰੈਂਟ ਨਹੀਂ ਹੈਗੇ। ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਇਲਾਵਾ ਵੀ ਜਿਹੜੇ ਵਰਕ ਪਰਮਿਟ ਤੇ ਹੈਗੇ ਆ ਜਿਹੜੇ ਬੱਚੇ, ਉਹਨਾਂ ਨੂੰ ਕੰਮ ਕਰਵਾ ਕੇ ਉਹਨਾਂ ਦੇ ਪੈਸੇ ਨਹੀਂ ਦਿੰਦੇ। ਇਹ ਦੋ ਬਿਜ਼ਨਸਮੈਨ ਹੈਗਾ ਸੀ, ਇੱਕ ਇੱਥੋਂ ਆਟੋ ਕਲੀਜਨ ਹੈਗਾ ਸੀਗਾ, ਇੱਕ ਰੈਸਟੋਰੈਂਟ ਹੈਗਾ ਸੀ, ਦੋਨੋਂ ਹੀ ਪੰਜਾਬੀ ਕਾਰੋਬਾਰ ਹੈਗੇ ਸੀਗੇ। ਉਹਨਾਂ ਨੇ ਆਪਣੇ ਹੀ ਬੱਚਿਆਂ ਕੋਲੋਂ ਕੰਮ ਕਰਵਾ ਕੇ, ਆਪਣੇ ਬੱਚਿਆਂ ਤੋਂ ਭਾਵ ਹੈ ਕਿ ਜਿਹੜੇ ਸਾਡੇ ਆਪਣੇ ਵਿਦਿਆਰਥੀ ਜਿਹੜੇ ਸਾਡੇ ਭਾਈਚਾਰੇ ਦੇ ਆ ਰਹੇ ਹੈਗੇ, ਪੰਜਾਬੀ ਭਾਈਚਾਰੇ ਦੇ, ਉਹਨਾਂ ਕੋਲੋਂ ਕੰਮ ਕਰਵਾ ਕੇ ਉਹਨਾਂ ਦਾ ਬਣਦਾ ਮਿਹਨਤਾਨਾ ਨਾ ਦੇਣ ਦਾ ਉਹਨਾਂ ਤੇ ਦੋਸ਼ ਲੱਗਾ ਸੀਗਾ। ਜਦੋਂ ਉਹ ਬੋਲ ਰਹੀਆਂ ਸੀ ਤੇ ਇਸ ਟਾਈਮ ਤੇ ਜਿਹੜਾ ਅੰਦਰ ਮਾਲਕ ਸੀਗਾ, ਜਿਹੜਾ ਬਿਜ਼ਨਸਮੈਨ ਹੈਗਾ ਸੀਗਾ, ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਕਿ ਮੇਰੀ ਬੇਇੱਜ਼ਤੀ ਹੋ ਰਹੀ ਆ, ਇੰਨੇ ਲੋਕ ਆ ਕੇ ਮੇਰੇ ਸਾਹਮਣੇ ਨਾਰੇ ਲਾ ਰਹੇ ਆ ਮੇਰੇ ਬਿਜ਼ਨਸ ਦੇ ਸਾਹਮਣੇ। ਸੋ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਿਆਂ ਹੋਇਆਂ, ਇੱਕ ਕਿਸਮ ਨਾਲ ਬਰਦਾਸ਼ਤ ਨਾ ਕਰਦਿਆਂ ਹੋਇਆਂ ਉਹ ਬਾਹਰ ਆਇਆ ਤੇ ਉਹਨੇ ਹੱਥੋਂ-ਪਾਈ ਕਰਨ ਦੀ ਕੋਸ਼ਿਸ਼ ਕੀਤੀ। ਤੇ ਨਾਰੇ ਵੀ ਇਦਾਂ ਦੇ ਲੱਗੇ ਹੈਗੇ ਜਿਸਦਾ ਬਿਲਕੁਲ ਹੂ ਇਸ ਤਰ੍ਹਾਂ ਮਾਹੌਲ ਬਣਿਆ ਪਿਆ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਾਰੇ ਲੱਗਦੇ ਹੈਗੇ ਆ, ਸੜਕਾਂ ਤੇ ਮੁਜ਼ਾਹਰੇ ਹੁੰਦੇ ਆ, ਇੱਕੀ ਦੁੱਕੀ ਚੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ। ਲੇਕਿਨ ਕੁਛ ਇੱਕ ਏਦਾਂ ਦੇ ਵੀ ਹੈਗੇ ਜਿਨ੍ਹਾਂ ਦੇ ਮਾਈਂਡ ਵਿੱਚ ਇਹ ਹੁੰਦਾ ਆ ਕਿ ਇਹ ਲੀਗਲੀ 20 ਘੰਟੇ ਕੰਮ ਕਰ ਸਕਦੇ ਆ, ਇਸ ਤੋਂ ਜ਼ਿਆਦਾ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਉੱਪਰਲਾ ਕੰਮ ਇਹਨਾਂ ਕੀਤਾ ਹੋਇਆ ਆ, ਇਹ ਸਾਡੀ ਮਰਜ਼ੀ ਹੋਊਗੀ, ਅਸੀਂ ਕੰਮ ਕਰਾ ਕੇ ਪੈਸੇ ਦੇਵਾਂਗੇ ਜਾਂ ਨਾ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਜੀਤ ਸਿੰਘ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਸਟੂਡੈਂਟਾਂ ਦੇ ਨਾਲ ਕੁਝ ਕਾਰੋਬਾਰੀਆਂ ਦੇ ਵੱਲੋਂ ਕਿਸ ਤਰੀਕੇ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ, ਕਿਸ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਜਾਂ ਭਾਰਤ ਦੇ ਨੌਜਵਾਨ ਜੋ ਬਾਹਰਲੇ ਮੁਲਕ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਅਤੇ ਪੜ੍ਹਾਈ ਕਰ ਰਹੇ ਹਨ ਤੇ ਨਾਲ ਹੀ ਨਾਲ ਕਾਰੋਬਾਰ ਕਰ ਰਹੇ ਹਨ, ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਗੁਰਮਤ ਸਿੰਘ ਬਾਰੀਆ ਜੀ, ਜਿਨ੍ਹਾਂ ਦੇ ਨਾਲ ਖਾਸ ਵਾਰਤਾਲਾਪ ਕਰਾਂਗੇ, ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ, ਕਿਹੜੇ ਪੱਧਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਚੈਨਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਦੇ ਵਿੱਚ ਜੋ ਅੰਤਰਰਾਸ਼ਟਰੀ ਵਿਦਿਆਰਥੀ ਰਹਿ ਰਹੇ ਹਨ ਉਹਨਾਂ ਨੂੰ ਕਿਹੜੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸ ਤਰੀਕੇ ਨਾਲ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ, ਇਸ ਦੇ ਬਾਰੇ ਥੋੜਾ ਜ਼ਿਕਰ ਕਰਾਂਗੇ। ਹਾਂਜੀ ਗੁਰਜੀਤ ਸਿੰਘ, ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਮਾਂ ਦੇਣ ਵਾਸਤੇ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਸਬਜੈਕਟ ਤੁਸੀਂ ਲੈ ਕੇ ਆਏ ਹੋ, ਅੰਤਰਰਾਸ਼ਟਰੀ ਵਿਦਿਆਰਥੀ ਕਿਹੜੇ ਹਾਲਾਤਾਂ ਵਿੱਚ ਕੈਨੇਡਾ ਦੇ ਵਿੱਚ ਕੰਮ ਕਰਦੇ ਹੈਗੇ ਆ, ਕੀ ਉਹਨਾਂ ਨੂੰ ਉਹਨਾਂ ਦਾ ਬਣਦਾ ਮਿਹਨਤਾਨਾ ਮਿਲਦਾ ਹੈਗਾ ਆ, ਕਿ ਜਿਹੜਾ ਇੱਕ ਸੁਰੱਖਿਅਤ ਮਾਹੌਲ ਕੈਨੇਡਾ ਦੇ ਵਿੱਚ ਕੰਮ ਕਰਨ ਦਾ ਮੰਨਿਆ ਜਾਂਦਾ, ਕੰਮ ਲਈ ਇੱਕ ਸੁਰੱਖਿਅਤ ਮਾਹੌਲ ਪ੍ਰੀਜ਼ਰਵ ਹੈਗਾ ਚਾਰਟਰ ਆਫ ਕੈਨੇਡਾ ਦੇ ਵਿੱਚ, ਕੈਨੇਡਾ ਦੇ ਸੰਵਿਧਾਨ ਦੇ ਵਿੱਚ, ਕਿ ਇੱਕ ਕੰਮ ਕਰਨ ਵਾਲਾ ਕੰਮ ਆ ਜਿਹੜਾ ਹੈਗਾ ਆ ਉਹਨੂੰ ਪ੍ਰੋਪਰ ਸੁਰੱਖਿਅਤ ਅਤੇ ਵਧੀਆ ਐਟਮੋਸਫੇਅਰ ਮਿਲਣਾ ਚਾਹੀਦਾ ਕੰਮ ਕਰਨ ਵਾਸਤੇ। ਤੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਂਦਾ ਸੰਵਿਧਾਨ ਦੇ ਅਨੁਸਾਰ ਕਿ ਕੋਈ ਵੀ ਕੰਮ ਆ ਜਿਹੜਾ ਕੰਮ ਕਰਨ ਵਾਲਾ ਹੈਗਾ ਆ ਉਹਨੂੰ ਉਹਦਾ ਜਿਹੜੀ ਤਨਖਾਹ ਸੈਲਰੀ ਹੈਗੀ ਆ ਉਹਦਾ ਮਿਹਨਤਾਨਾ ਸਮੇਂ ਸਿਰ ਮਿਲੇ, ਸੋ ਉਹਦੇ ਤੇ ਪ੍ਰੋਪਰ ਟੈਕਸ ਵੀ ਕੱਟੇ ਜਾਣ। ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਇਕੱਲੇ ਪੰਜਾਬ ਜਾਂ ਭਾਰਤ ਤੋਂ ਨਹੀਂ ਆ ਰਹੇ, ਵਿਸ਼ਵ ਭਰ ਤੋਂ ਕੈਨੇਡਾ ਦੇ ਵਿੱਚ ਸਾਰੇ ਵਿਦਿਆਰਥੀ ਆ ਰਹੇ ਆ, ਜਿਨ੍ਹਾਂ ਦਾ ਕੁਝ ਹਾਲਾਤ ਏਦਾਂ ਦੇ ਬਣ ਗਏ ਹੈਗੇ ਆ ਪਿਛਲੇ 2-4 ਸਾਲਾਂ ਤੋਂ ਕਿ ਇੱਕ ਰਸ਼ ਓਵਰ ਹੋ ਗਿਆ, ਖਾਸ ਕਰਕੇ ਜਿਹੜੇ ਗ੍ਰੇਟਰ ਸ਼ਹਿਰ ਹੈਗੇ ਆ ਕੈਨੇਡਾ ਦੇ, ਜਿਹਨੂੰ ਆਪਾਂ ਮੈਟਰੋਪੋਲੀਟਨ ਸਿਟੀ ਬੋਲਦੇ ਆ, ਜਿਵੇਂ ਟੋਰਾਂਟੋ, ਮੌਂਟਰੀਅਲ ਤੇ ਕੈਲਗਰੀ ਤੇ ਇਸ ਤੋਂ ਇਲਾਵਾ ਸਰੀ, ਇਹ ਜਿਹੜੇ ਵੱਡੇ ਸ਼ਹਿਰ ਹੈਗੇ ਆ, ਇਹਨਾਂ ਵਿੱਚ ਤਾਂ ਖਾਸ ਕਰਕੇ ਮੈਂ ਕਹੂੰਗਾ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ
ਜਿੰਨੇ ਵੀ ਆਪਣੇ ਸਟੂਡੈਂਟ ਆ ਰਹੇ ਆ ਬਾਹਰੋਂ, ਖਾਸ ਕਰਕੇ ਮੈਂ ਕਹੂੰਗਾ ਜਿਹੜੇ ਪੰਜਾਬੀ ਆਪਣੇ ਸਟੂਡੈਂਟ ਬੜੀ ਵੱਡੀ ਪੱਧਰ ਤੇ ਆ ਰਹੇ ਹੈਗੇ ਆ, ਜੀ ਉਹ ਸਟੂਡੈਂਟ ਇੱਥੇ ਬੜੇ ਸੁਪਨੇ ਸਜੋ ਕੇ ਆਉਂਦੇ ਆ ਔਰ ਬੜੀ ਮਿਹਨਤ ਕਰਦੇ ਆ। ਇੱਥੇ ਆ ਕੇ ਬੜੀ ਹੱਡ-ਪੱਤੀ ਮਿਹਨਤ ਕਰਦੇ ਆ। ਜਿਹੜੇ ਬੱਚੇ ਘਰਾਂ ਦੇ ਵਿੱਚ, ਜੇ ਮੈਂ ਈਵਨ ਕਵਾਂ ਕਿ ਉੱਥੇ ਕੰਮ ਨਹੀਂ ਕੀਤਾ ਹੁੰਦਾ, ਇੱਥੇ ਆ ਕੇ ਇਸ ਧਰਤੀ ਤੇ ਆ ਕੇ ਉਹ ਸਖਤ ਮਿਹਨਤ ਕਰਦੇ ਆ, ਦਿਨ ਰਾਤ ਮਿਹਨਤ ਕਰਦੇ ਆ। ਲੇਕਿਨ ਠੀਕ ਹੈ ਸਮੱਸਿਆ ਇਹ ਹੈਗੀ ਆ ਕਿ ਹਾਂ, ਇਹ ਗੱਲ ਤੁਹਾਡੀ ਬਿਲਕੁਲ, ਸਵਾਲ ਤੁਹਾਡਾ ਜਾਇਜ਼ ਆ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਗੱਲਾਂ ਧਿਆਨ 'ਚ ਆਈਆਂ ਨੇ ਕਿ ਜਿਹੜੇ ਸਟੂਡੈਂਟ ਹੈਗੇ ਆ, ਅੰਤਰਰਾਸ਼ਟਰੀ ਸਟੂਡੈਂਟ ਹੈਗੇ ਆ, ਉਹਨਾਂ ਨੂੰ ਜਿੰਨੇ ਕੁ ਘੰਟੇ ਕੰਮ ਲਈ ਅਲਾਉਡ ਹੈਗੇ ਆ, ਉਹਦੇ ਅਕੋਰਡਿੰਗਲੀ ਜਾਂ ਜਿਹੜੇ ਹਾਲਾਤ ਹੈਗੇ ਆ, ਉਹ ਸਾਜ਼ਗਾਰ ਨਹੀਂ ਹੈਗੇ। ਉਹਨਾਂ ਨੂੰ ਜਿਹੜਾ ਉਹਦੇ ਅਕੋਰਡਿੰਗਲੀ ਜੋ ਸਾਡੇ ਇੱਥੋਂ ਦੀ ਵਿਵਸਥਾ ਹੈਗੀ ਆ, ਕੈਨੇਡਾ ਦਾ ਇੱਕ ਸਟੈਂਡਰਡ ਹੈਗਾ ਆ, ਉਹਦੇ ਜੀ ਅਕੋਰਡਿੰਗਲੀ ਜਿਹੜੀ ਅਰਨਿੰਗ ਆ ਉਹ ਨਹੀਂ ਹੋ ਰਹੀ, ਜਾਂ ਉਹਨਾਂ ਦੀ ਜਿਹੜੀ ਮਿਹਨਤਾਂ ਨੇ ਹੈਗੇ ਆ, ਉਹ ਉਹਨਾਂ ਨੂੰ ਉਸ ਮੁਤਾਬਕ ਨਹੀਂ ਮਿਲ ਰਹੇ, ਜਾਂ ਕੰਮ ਕਰਨ ਤੋਂ ਬਾਅਦ ਵੀ ਨਹੀਂ ਮਿਲ ਰਹੇ। ਸੋ ਇਹ ਇੱਕ ਵਿਸ਼ਾ ਬੜਾ ਇੰਪੋਰਟੈਂਟ ਵਿਸ਼ਾ ਹੈਗਾ। ਇਹਦੇ ਬੜੇ ਐਸਪੈਕਟ ਹੈਗੇ ਆ ਗੁਰਜੀਤ ਜੀ। ਜੇ ਜੀ ਇਹਦੀਆਂ ਪਰਤਾਂ ਖੋਲੀਆਂ ਜਾਣ ਤੇ ਕਈ ਪੱਖਾਂ ਤੋਂ ਖੁੱਲਦੀਆਂ ਹੈਗੀਆਂ, ਤੇ ਲੇਕਿਨ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਇਹ ਗੱਲ ਜ਼ਰੂਰ ਦੱਸੂੰਗਾ ਕਿ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਕਿ ਇਹ ਵਿਸ਼ਾ ਬਿਲਕੁਲ ਹੈਗਾ ਆ ਜੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੁੱਦਾ ਅੱਜ ਕੈਨੇਡਾ ਦੇ ਵਿੱਚ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਹਾਲਾਤ ਹੈਗੇ ਆ, ਜਾਂ ਜੀ ਉਹਦਾ ਇੱਕ ਅਹਿਮ ਬਣਿਆ ਹੋਇਆ ਇੱਥੋਂ ਦੇ ਮੀਡੀਆ 'ਚ ਜੀ। ਠੀਕ ਹੈ। ਪਿੱਛੇ ਦੋ ਮੁੱਖ ਘਟਨਾਵਾਂ ਵਾਪਰੀਆਂ ਕੈਨੇਡਾ ਦੇ ਵਿੱਚ, ਉਹਨਾਂ ਦੇ ਬਾਰੇ ਥੋੜਾ, ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ, ਉਹਨਾਂ ਨੂੰ ਥੋੜਾ ਇਸ ਬਾਰੇ ਥੋੜਾ ਦੱਸੋਗੇ ਕਿ ਕੀ ਦੋ ਘਟਨਾਵਾਂ ਪਿੱਛੇ ਵਾਪਰੀਆਂ ਸਨ ਵਿਦਿਆਰਥੀਆਂ ਦੇ ਨਾਲ? ਜੀ, ਤੁਸੀਂ ਜਿਹੜੀਆਂ ਦੋ ਘਟਨਾਵਾਂ ਦਾ ਸ਼ਾਇਦ ਮੈਨੂੰ ਪੁੱਛ ਰਹੇ ਹੋ, ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਸਾਡੇ ਜਿਹੜਾ ਕੁੱਗ ਵਸਦਾ ਪੰਜਾਬੀਆਂ ਦਾ ਜਿਹੜਾ ਸ਼ਹਿਰ ਹੈਗਾ ਬਰੰਪਟਨ, ਜੀ ਮਿਸੀਸਾਗਾ, ਇੱਥੇ ਹੀ ਦੋ ਘਟਨਾਵਾਂ ਏਦਾਂ ਦੀਆਂ ਵਾਪਰੀਆਂ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੈਗਾ ਆ ਕਿ ਵਿਦਿਆਰਥੀਆਂ ਲਈ ਹਾਲਾਤ ਜਿਹੜੇ ਹੈਗੇ ਕੰਮ ਕਰਨ ਵਾਲੇ ਬਹੁਤ ਵਧੀਆ ਨਹੀਂ ਹੈਗੇ, ਸੁਰੱਖਿਅਤ ਨਹੀਂ ਹੈਗੇ, ਟਰਾਂਸਪੇਰੈਂਟ ਨਹੀਂ ਹੈਗੇ। ਸੋ ਜੀ ਇਹਦੇ ਚੱਲਦਿਆਂ ਹੀ ਕੁਛ ਇੱਕ ਜਿਹੜੇ ਬਿਜ਼ਨਸਮੈਨ ਹੈਗੇ, ਉਹ ਨੋਟਿਸ ਵਿੱਚ ਇਹ ਆਇਆ ਸੀ ਕਿ ਉਹਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਜਿਹੜੇ ਕਾਮੇ ਹੈਗੇ ਆ, ਜਾਂ ਵੈਸੇ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਇਲਾਵਾ ਵੀ ਜਿਹੜੇ ਵਰਕ ਪਰਮਿਟ ਤੇ ਹੈਗੇ ਆ ਜਿਹੜੇ ਬੱਚੇ, ਜੀ ਉਹਨਾਂ ਨੂੰ ਕੰਮ ਕਰਵਾ ਕੇ ਉਹਨਾਂ ਦੇ ਪੈਸੇ ਨਹੀਂ ਦਿੰਦੇ। ਇਹੋ ਜਿਹੀਆਂ ਦੋ ਘਟਨਾਵਾਂ ਹੁਣ ਸਾਹਮਣੇ ਆਈਆਂ ਸੀਗੀਆਂ। ਦੋ ਬਿਜ਼ਨਸਮੈਨ ਹੈਗਾ ਸੀ, ਇੱਕ ਇੱਥੋਂ ਆਟੋ ਕਲੀਜਨ ਹੈਗਾ ਸੀਗਾ, ਇੱਕ ਜੀ ਰੈਸਟੋਰੈਂਟ ਹੈਗਾ ਸੀ, ਦੋਨੋਂ ਹੀ ਪੰਜਾਬੀ ਕਾਰੋਬਾਰ ਹੈਗੇ ਸੀਗੇ। ਉਹਨਾਂ ਨੇ ਆਪਣੇ ਹੀ ਬੱਚਿਆਂ ਕੋਲੋਂ ਕੰਮ ਕਰਵਾ ਕੇ, ਆਪਣੇ ਬੱਚਿਆਂ ਤੋਂ ਭਾਵ ਹੈ ਕਿ ਜਿਹੜੇ ਸਾਡੇ ਆਪਣੇ ਵਿਦਿਆਰਥੀ ਜਿਹੜੇ ਸਾਡੇ ਭਾਈਚਾਰੇ ਦੇ ਆ ਰਹੇ ਹੈਗੇ, ਪੰਜਾਬੀ ਭਾਈਚਾਰੇ ਦੇ, ਉਹਨਾਂ ਕੋਲੋਂ ਕੰਮ ਕਰਵਾ ਕੇ ਉਹਨਾਂ ਦਾ ਬਣਦਾ ਮਿਹਨਤਾਨਾ ਨਾ ਦੇਣ ਦਾ ਉਹਨਾਂ ਤੇ ਦੋਸ਼ ਲੱਗਾ ਸੀਗਾ। ਸੋ ਜੀ ਪਹਿਲਾ ਪਹਿਲ ਕਾਫੀ ਹੱਦ ਤੱਕ ਪਹੁੰਚ ਕੀਤੀ ਜਾਂਦੀ ਰਹੀ ਆ, ਜਿਨ੍ਹਾਂ ਦੇ ਪੈਸੇ ਮਾਰੇ ਗਏ ਸੀ, ਲੇਕਿਨ ਉਹਨੇ ਧਿਆਨ ਨਹੀਂ ਦਿੱਤਾ, ਈਵਨ ਉਹਨੇ ਪੱਲਾ ਨਹੀਂ ਫੜਾਇਆ। ਸੋ ਇੱਥੇ ਇੱਕ ਸਟੂਡੈਂਟ ਸਪੋਰਟ ਨੈਟਵਰਕ ਨਾਂ ਦੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਆ, ਜਿਹੜੇ ਸਟੂਡੈਂਟ ਆ, ਕਿਉਂਕਿ ਸਹੀ ਲੋੜ ਹਰ ਚੀਜ਼ ਨੂੰ ਪੈਦਾ ਕਰ ਦਿੰਦੀ ਆ। ਜਦੋਂ ਜੀ ਹੁਣ ਜੀ ਵੱਡੀ ਪੱਧਰ ਤੇ ਕਾਮਿਆਂ ਦੇ ਜਿਹੜੇ ਸਟੂਡੈਂਟ ਹੈਗੇ ਆ, ਅੰਤਰਰਾਸ਼ਟਰੀ ਵਰਕਰ ਜਿਹੜੇ ਹੈਗੇ ਆ, ਉਹਨਾਂ ਦੇ ਪੈਸੇ ਮਾਰੇ ਜਾਣ ਲੱਗੇ ਆ, ਤੇ ਇਹ ਸੰਸਥਾ ਬਣੀ ਹੈਗੀ ਆ। ਇਹ ਸੰਸਥਾ ਵੱਲੋਂ ਰੋਸ ਪ੍ਰਦਰਸ਼ਨ ਰੱਖੇ ਗਏ ਸੀ ਦੋ। ਇੱਕ ਜੀ ਰੱਖਿਆ ਗਿਆ ਸੀ ਜਿਹੜਾ ਆਟੋ ਕਲੀਜਨ ਹੈਗਾ ਆ ਇੱਥੋਂ ਦਾ, ਇੱਕ ਪੰਜਾਬੀ ਕਾਰੋਬਾਰ ਦਾ, ਉਹਦੇ ਠੀਕ ਹੈ ਸਾਹਮਣੇ, ਜੀ ਇੱਕ ਰੈਸਟੋਰੈਂਟ ਦੇ ਸਾਹਮਣੇ, ਦੋਨਾਂ ਦੇ ਠੀਕ ਹੈ ਸਾਹਮਣੇ ਇੱਕ ਵੱਡਾ ਪ੍ਰੋਟੈਸਟ ਸੀਗਾ। ਕਾਫੀ ਵੱਡੀ ਪੱਧਰ ਤੇ ਜਿਹੜੇ ਉੱਥੇ ਸਟੂਡੈਂਟ ਸੀਗੇ ਉੱਥੇ ਗਏ, ਉਹ ਠੀਕ ਪ੍ਰਦਰਸ਼ਨ ਹੈ ਕਰ ਰਹੇ ਸੀ। ਜਿਹੜਾ ਆਟੋ ਕਲੀਜਨ ਦੇ ਸਾਹਮਣੇ ਪ੍ਰਦਰਸ਼ਨ ਸੀਗਾ, ਉਹਦੇ ਹਾਲਾਤ ਏਦਾਂ ਦੇ ਬਣ ਗਏ ਕਿ ਜਦੋਂ ਉੱਥੇ ਸਟੂਡੈਂਟ ਮਾਈਕ ਤੇ ਬੋਲ ਰਹੇ ਸੀ ਵਾਰੀ-ਵਾਰੀ, ਜਿਹੜੇ ਜੀ ਕੰਮ ਕਰਨ ਵਾਲੇ ਕਾਮੇ ਹੈਗੇ ਆ, ਉਹ ਦੱਸ ਠੀਕ ਰਹੇ ਕਿ ਸਾਡੇ ਨਾਲ ਕੀ ਹਾਲਾਤ ਹੁੰਦੇ ਆ, ਸਾਨੂੰ ਕਿਸ ਤਰ੍ਹਾਂ ਸਾਡਾ ਸ਼ੋਸ਼ਣ ਕੀਤਾ ਜਾਂਦਾ, ਐਕਸਪਲੋਇਟੇਸ਼ਨ ਕੀਤਾ ਜਾਂਦਾ ਹੈਗਾ ਆ। ਉੱਥੇ ਠੀਕ ਹੈ ਜੀ ਲੜਕੀਆਂ ਵੀ ਵੱਡੀ ਪੱਧਰ ਤੇ ਆਪਣੀਆਂ ਗਈਆਂ ਸੀਗੀਆਂ। ਜਦੋਂ ਉਹ ਬੋਲ ਰਹੀਆਂ ਸੀ ਤੇ ਇਸ ਟਾਈਮ ਤੇ ਜਿਹੜਾ ਅੰਦਰ ਮਾਲਕ ਸੀਗਾ, ਜਿਹੜਾ ਬਿਜ਼ਨਸਮੈਨ ਹੈਗਾ ਸੀਗਾ, ਉਹ ਇਸ ਚੀਜ਼ ਜੀ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਕਿ ਮੇਰੀ ਬੇਇੱਜ਼ਤੀ ਹੋ ਰਹੀ ਆ, ਇੰਨੇ ਲੋਕ ਆ ਕੇ ਮੇਰੇ ਸਾਹਮਣੇ ਨਾਅਰੇ ਲਾ ਰਹੇ ਆ ਮੇਰੇ ਬਿਜ਼ਨਸ ਦੇ ਸਾਹਮਣੇ। ਸੋ ਜੀ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਿਆਂ ਹੋਇਆਂ, ਇੱਕ ਕਿਸਮ ਨਾਲ ਬਰਦਾਸ਼ਤ ਨਾ ਕਰਦਿਆਂ ਹੋਇਆਂ, ਉਹ ਬਾਹਰ ਆਇਆ ਤੇ ਉਹਨੇ ਹੱਥੋਂ-ਪਾਈ ਕਰਨ ਦੀ ਕੋਸ਼ਿਸ਼ ਕੀਤੀ। ਈਵਨ ਮੈਂ ਕਵਾਂ ਕਿ ਇੱਕ ਜਿਹੜੀ ਲੜਕੀ ਬੋਲ ਰਹੀ ਸੀ, ਉਹਦੇ ਹੱਥ ਚੋਂ ਜਿਹੜਾ ਮਾਈਕ ਸੀਗਾ ਉਹ ਖੋਹਣ ਦਾ ਯਤਨ ਕੀਤਾ, ਧੱਕਾ-ਮੁੱਕੀ ਹੋਈ। ਇਹਦੇ ਦਰਮਿਆਨ ਠੀਕ ਹੈ ਜਿਹੜਾ ਇੱਕ ਸਟੂਡੈਂਟ ਸਪੋਰਟ ਨੈਟਵਰਕ ਦਾ ਜਿਹੜਾ ਵਰਕਰ ਸੀਗਾ, ਵਲੰਟੀਅਰ ਜੀ ਸੀਗਾ, ਉਹਦੇ ਕੁਛ ਇੱਕ ਚੋਟਾਂ ਆਉਣ ਦੀਆਂ ਮਾਮੂਲੀ ਜਿਹੜੀਆਂ ਖਬਰਾਂ ਮਿਲੀਆਂ। ਇਹਦੇ ਠੀਕ ਹੈ ਦਰਮਿਆਨ ਹੀ ਪੁਲਿਸ ਵੱਲੋਂ ਜਿਹੜੇ ਉਹਦੇ ਸਾਥੀ ਸੀਗੇ, ਜਿਹੜੇ ਬਿਜ਼ਨਸਮੈਨ ਦੇ, ਜਿਹੜੇ ਉਹਨੂੰ ਨਾਲ ਲੈ ਕੇ ਆਇਆ ਸੀਗਾ, ਜੀ ਜਿਨ੍ਹਾਂ ਨੇ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਚੋਂ ਇੱਕ ਨੂੰ ਉੱਥੇ ਹੀ
ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਓਕੇ ਕਾਫੀ ਹੱਦ ਤੱਕ ਪੁਲਿਸ ਨੂੰ ਉੱਥੇ ਇੰਟਰਵੇਨ ਕਰਨਾ ਪਿਆ। ਉੱਥੇ ਨਾਅਰੇ ਵੀ ਇਦਾਂ ਦੇ ਲੱਗੇ ਹੈਗੇ ਜਿਸਦਾ ਬਿਲਕੁਲ ਹੂ ਇਸ ਤਰ੍ਹਾਂ ਮਾਹੌਲ ਬਣਿਆ ਪਿਆ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਾਅਰੇ ਲੱਗਦੇ ਹੈਗੇ ਆ, ਸੜਕਾਂ ਤੇ ਮੁਜ਼ਾਹਰੇ ਹੁੰਦੇ ਆ, ਇੱਕੀ ਜੀ ਦੁੱਕੀ ਚੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ, ਬੱਚੇ ਇਦਾਂ ਦੇ ਨਾਅਰੇ ਲਾ ਰਹੇ ਸੀ ਜਿਹੜੇ ਕਿ ਮੈਂ ਅੱਗੇ ਜਾ ਕੇ ਦੱਸੂਗਾ ਵੀ ਇਹ ਗੱਲਾਂ ਜਾਇਜ਼ ਨਹੀਂ ਹੈਗੀਆਂ ਵੈਸੇ, ਹਨਾ, ਇੱਥੋਂ ਜੀ ਦਾ ਕਲਚਰ ਨਹੀਂ ਹੈਗਾ। ਜੀ 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 ਤੇ ਜਿਵੇਂ ਬੱਚਿਆਂ ਦੇ ਨਾਲ ਸ਼ੋਸ਼ਣ ਹੋ ਰਿਹਾ ਹੈ ਤੇ ਬੱਚਿਆਂ ਨੇ ਆਪਣੀ ਇੱਕ ਗਰੁੱਪ ਵੀ ਬਣਾ ਲਿਆ, ਤੇ ਇਹਨਾਂ ਨੂੰ ਕਿਹੜੇ ਐਸੇ ਸਟੈਪ ਚੱਕਣੇ ਚਾਹੀਦੇ ਨੇ ਜਿਨ੍ਹਾਂ ਦੇ ਨਾਲ ਇਹ ਜਿਹੜੇ ਸ਼ੋਸ਼ਣ ਹੋ ਰਹੇ ਨੇ ਇਹਨਾਂ ਤੋਂ ਬਚਾਅ ਕੀਤਾ ਜਾਏ? ਹਾਂ, ਮੈਂ ਜ਼ਰੂਰ ਦੱਸਾਂਗਾ। ਮੈਂ ਸਿਰਫ 1 ਮਿੰਟ 'ਚ ਮੈਂ ਆਪਣੀ ਗੱਲ ਕੰਪਲੀਟ ਇਹ ਘਟਨਾ ਦੀ ਕਰ ਲੂੰਗਾ ਜਿਹੜੀ ਵਾਪਰੀ ਹੈਗੀ ਸੀਗੀ ਕਿ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਜੀ ਕਰਨ ਤੋਂ ਬਾਅਦ ਹੁਣ ਉਲਟਾ ਜਿਹੜਾ ਬਿਜ਼ਨਸਮੈਨ ਹੈਗਾ ਉਹਨੇ ਪਹਿਲਾਂ ਤੋਂ ਹੀ ਜਿਹੜੇ ਕਾਮੇ ਨੇ ਕੰਮ ਕਰਕੇ ਗਿਆ ਸੀ, ਜਿਹਦੀ ਤਨਖਾਹ ਮੰਗ ਰਿਹਾ ਸੀ, ਜਿਹਦਾ ਉਹ ਤਨਖਾਹ ਨਾ ਦੇਣ ਦਾ ਦੋਸ਼ ਸੀਗਾ, ਉਹਦੇ ਜੀ ਉੱਪਰ ਘੱਟੋ ਘੱਟ ਮਲਟੀ ਮਿਲੀਅਨ ਡਾਲਰ ਦਾ ਜਿਹੜਾ ਕਲੇਮ ਕੀਤਾ ਹੈਗਾ। ਨਾਲ ਸਟੂਡੈਂਟ ਸਪੋਰਟ ਨੈਟਵਰਕ ਜਿਹੜਾ ਹੈਗਾ ਆ ਉਹਦੇ ਉੱਪਰ ਵੀ ਕਲੇਮ ਠੋਕਿਆ ਹੈਗਾ ਵੀ ਮੇਰੇ ਬਿਜ਼ਨਸ ਨੂੰ ਪ੍ਰਭਾਵਿਤ ਕੀਤਾ, ਮੇਰੇ ਬਿਜ਼ਨਸ ਨੂੰ ਬਦਨਾਮ ਕਰ ਰਹੇ ਹੈਗੇ। ਕਲੇਮ ਪਹਿਲਾਂ ਦਾ ਕੀਤਾ ਹੋਇਆ ਆ। ਕਾਫੀ ਉਧਰੋਂ ਉਧਰੀ ਜੀ ਟਸਲਬਾਜ਼ੀ ਚੱਲ ਰਹੀ ਆ। ਇਸੇ ਤਰ੍ਹਾਂ ਹੀ ਪ੍ਰਦਰਸ਼ਨ, ਇਦਾਂ ਦਾ ਹੀ ਪ੍ਰਦਰਸ਼ਨ ਇੱਕ ਰੈਸਟੋਰੈਂਟ ਦੇ ਮੂਹਰੇ ਵੀ ਕੀਤਾ ਜਾ ਰਿਹਾ ਸੀਗਾ ਪੈਰਲਲ। ਜੀ ਜੀ ਜੀ, ਮੈਂ ਵਿਦਿਆਰਥੀਆਂ ਤੇ ਹੀ ਮਤਲਬ ਕਿ ਬਲੇਮ ਲਾ ਦਿੱਤਾ ਗਿਆ ਇੱਥੇ ਡਾਲਰਾਂ ਦਾ। ਤਾਂ ਉਹ ਬਲੇਮ ਇਸ ਤਰ੍ਹਾਂ ਲਾਇਆ ਹੈਗਾ ਕਿ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ, ਜਦੋਂ ਤੁਹਾਡੇ ਸਵਾਲ ਤੇ ਆਊਂਗਾ। ਹੁਣ ਤੁਸੀਂ ਮੈਨੂੰ ਕਿਹਾ ਕਿ ਸਟੂਡੈਂਟਸ ਨੂੰ ਐਕਚੁਅਲੀ ਕਰਨਾ ਕੀ ਚਾਹੀਦਾ ਹੈਗਾ, ਕਿ ਹੋਣਾ ਹਾਂਜੀ ਕੀ ਚਾਹੀਦਾ ਹੈ। ਹਾਂਜੀ ਹੁਣ ਹਾਂਜੀ ਬਿਲਕੁਲ। ਮੈਂ ਤੁਹਾਨੂੰ ਇਹ ਜ਼ਰੂਰ ਦੱਸੂਗਾ ਵੀ ਕਾਰਨ ਕੁਝ ਹੈਗੇ ਆ ਜਿਹਦੀ ਵਜ੍ਹਾ ਕਰਕੇ ਕੁਝ ਕਾਰਨ ਬਣੇ ਹੈਗੇ ਆ ਇਹ ਜਿਹੜਾ ਐਕਸਪਲੋਇਟੇਸ਼ਨ ਹੋ ਰਹੀ ਆ। ਉਹ ਤੋਂ ਬਾਅਦ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ ਹੈਗਾ, ਨਾਲ ਹੀ ਮੈਂ ਤੁਹਾਨੂੰ ਉਹਦਾ ਜਵਾਬ ਜ਼ਰੂਰ ਦਊਂਗਾ। ਕਾਰਨ ਕੁਝ ਇਦਾਂ ਦੇ ਬਣੇ ਹੈਗੇ ਆ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਵੀ ਦੇਸ਼ ਚੋਂ ਆਉਂਦੇ ਹੈਗੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਕੰਮ ਕਰਨ ਦਾ ਇੱਕ ਲਿਮਟਿਡ ਆਵਰ ਹੈਗੇ ਆ, ਪਾਰਟ ਟਾਈਮ 20 ਘੰਟੇ ਉਹ ਹਫਤੇ ਦਾ ਕੰਮ ਕਰ ਸਕਦੇ ਹੈਗੇ ਆ, ਕਿਉਂਕਿ ਉਹਨਾਂ ਨੇ ਪੜ੍ਹਾਈ ਵੀ ਨਾਲ ਕਰਨੀ ਹੁੰਦੀ ਐਜ਼ ਵੈਲ ਐਜ਼। ਇਸ ਕਰਕੇ ਉਹ ਜੀ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ, ਪ੍ਰੋਪਰ ਕਰ ਸਕਣ। ਤੋਂ 20 ਘੰਟੇ ਉਹਨਾਂ ਨੂੰ ਕੰਮ ਅਲਾਉਡ ਹੈਗਾ, ਤੁਸੀਂ ਇੰਨਾ ਕੰਮ ਕਰ ਸਕਦੇ ਹੋ ਤਾਂ ਜੋ ਤੁਹਾਡੇ ਥੋੜੇ ਬੜੇ ਖਰਚੇ ਪੂਰੇ ਹੋ ਸਕਣ। ਪਰ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਜਿੱਦਾਂ ਦਾ ਮੈਟਰੋਪੋਲੀਟਨ ਸ਼ਹਿਰ ਹੈਗਾ ਟੋਰਾਂਟੋ, ਇੱਥੇ ਜਿਹੜੀ ਲਿਵਿੰਗ ਕਾਸਟ ਹੈਗੀ ਆ ਤੇ ਜੀ ਜਿਹੜੀਆਂ ਕਾਲਜਾਂ ਦੀਆਂ ਫੀਸਾਂ ਹੈਗੀਆਂ ਨੇ ਜਾਂ ਰਹਿਣ ਸਹਿਣ ਹੈਗਾ, ਇੰਨਾ ਮਹਿੰਗਾ ਹੈਗਾ ਆ ਕਿ ਜਿਹੜੇ ਵਿਦਿਆਰਥੀ ਹੈਗੇ ਆ, ਚਾਹੇ ਉਹ ਆਪਣੇ ਨਾਲ ਜੀਸੀ ਵੀ ਲੈ ਕੇ ਆਉਂਦੇ ਆ, GIC 8-10 ਲੱਖ ਰੁਪਏ ਦੀ, ਹਾਂਜੀ। ਇਸ ਤੋਂ ਜੀ ਇਲਾਵਾ ਉਹ ਆਪਣੇ ਕੋਲ ਕੰਮ ਵੀ ਇੱਥੇ 20 ਘੰਟੇ ਕਰਦੇ ਆ, ਲੇਕਿਨ ਉਹਨਾਂ ਦਾ ਫਿਰ ਵੀ ਪੂਰਾ ਨਹੀਂ ਗੁਜ਼ਾਰਾ ਹੁੰਦਾ। ਵਜ੍ਹਾ ਇਹ ਹੈਗੀ ਆ ਮਹਿੰਗਾਈ ਇੰਨੀ ਜ਼ਿਆਦਾ ਹੈਗੀ ਆ, ਬੇਸਮੈਂਟਾਂ ਦੇ ਰੇਟ ਇੰਨੇ ਮਹਿੰਗੇ ਹੈਗੇ ਆ, ਗਰੋਸਰੀ ਇੰਨੀ ਮਹਿੰਗੀ ਹੋ ਗਈ ਆ, ਫੀਸਾਂ ਜਿਹੜੀਆਂ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 5 ਗੁਣਾ ਜਿਹੜੇ ਇੱਥੋਂ ਦੇ ਕੈਨੇਡਾ ਦੇ ਰੈਗੂਲਰ ਵਿਦਿਆਰਥੀ ਹੈਗੇ ਆ, ਕੈਨੇਡਾ ਦੇ ਰਹਿਣ ਵਾਲੇ ਪੱਕੇ, ਉਹਨਾਂ ਨਾਲੋਂ ਜ਼ਿਆਦਾ ਦੇਣੀਆਂ ਪੈਂਦੀਆਂ। ਸੋ ਇੰਨੇ ਖਰਚਿਆਂ ਨੂੰ ਮੀਟ ਕਰਨ ਵਾਸਤੇ 20 ਘੰਟੇ ਕੰਮ ਉਹਨਾਂ ਲਈ ਕਾਫੀ ਨਹੀਂ ਹੁੰਦਾ। ਉਹਨਾਂ ਨੂੰ ਮਜਬੂਰੀ ਵਸ ਲੀਗਲੀ ਤੇ 20 ਘੰਟੇ ਕਰ ਸਕਦੇ, ਇਲੀਗਲ ਤੌਰ ਤੇ ਮੈਂ ਕਹੂੰਗਾ ਕਿ ਕੈਸ਼ ਤੇ ਕੰਮ ਜੇ ਉਹ 20 ਘੰਟੇ ਹਫ਼ਤੇ ਦਾ ਕਰ ਸਕਦੇ ਆ ਤਾਂ ਉਹ ਕਈ ਵਾਰੀ 60-60 ਘੰਟੇ ਵੀ ਕੰਮ ਕਰਦੇ ਆ ਜੀ। ਅੱਛਾ ਸਾਡੀਆਂ ਪੰਜਾਬਣ ਜਿਹੜੀਆਂ ਕੁੜੀਆਂ ਹੈਗੀਆਂ ਵਾ 12-12 ਘੰਟੇ ਰੈਸਟੋਰੈਂਟਾਂ ਦੇ ਵਿੱਚ ਦਿਨ ਦੇ ਵਿੱਚ ਕੰਮ ਕਰਦੀਆਂ, ਲੇਕਿਨ ਉਹਨਾਂ ਨੂੰ ਜੀ ਜਿਹੜਾ ਕੈਸ਼ ਤੇ ਜਿਹੜਾ ਰੇਟ ਦਿੱਤਾ ਜਾਂਦਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਗੁਰਜੀਤ ਸਿੰਘ ਜੀ, ਕਿ ਬੜਾ ਲਿਮਟਡ ਜਿੰਨਾ ਸਟੈਂਡਰਡ ਪ੍ਰਾਈਸ ਹੈਗਾ ਅੰਟਾਰੀਓ ਦਾ, ਇੱਕ $14-15 ਆ ਹੁਣ ਅੱਜ ਮਿਥਿਆ ਹੋਇਆ, ਮਸਾਂ ਹਾਂਜੀ 8 ਜਾਂ 10 ਡਾਲਰ ਦਿੱਤੇ ਜਾਂਦੇ ਘੰਟੇ ਦੇ, ਔਰ ਬਹੁਤ ਜ਼ਿਆਦਾ ਸਖਤ ਕੰਮ ਲਿਆ ਜਾਂਦਾ ਆ। ਇਹ ਅੱਛਾ ਕੰਮ ਜੀ ਲੈਣ ਦੇ ਬਾਵਜੂਦ ਵੀ ਉਹਨਾਂ ਨੂੰ ਜਿਹੜਾ ਬਿਜ਼ਨਸਮੈਨ ਹੈਗੇ ਆ, ਸਾਰੇ ਇਦਾਂ ਦੇ ਬਿਜ਼ਨਸਮੈਨ ਪਹਿਲਾਂ ਮੈਂ ਕਹੂੰਗਾ ਕਿ ਨਹੀਂ ਹੈਗੇ। ਬਹੁਤ ਸਾਰੇ ਚੰਗੇ ਬਿਜ਼ਨਸਮੈਨ ਹੈਗੇ ਆ ਜਿਹੜੇ ਇੱਥੋਂ ਦੇ ਆਏ ਅੰਤਰਰਾਸ਼ਟਰੀ ਵਰਕਰ ਹੈਗੇ, ਉਹਨਾਂ ਨੂੰ ਬੜੀ ਰਿਸਪੈਕਟ ਕਰਦੇ ਆ, ਬੜਾ ਚੰਗਾ ਮਾਹੌਲ ਦਿੰਦੇ ਆ। ਲੇਕਿਨ ਕੁਛ ਇੱਕ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਦੇ ਮਾਈਂਡ ਵਿੱਚ ਇਹ ਹੁੰਦਾ ਆ ਕਿ ਇਹ ਲੀਗਲੀ 20 ਘੰਟੇ ਕੰਮ ਕਰ ਸਕਦੇ ਆ, ਇਹ ਤੋਂ ਜ਼ਿਆਦਾ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਉੱਪਰਲਾ ਕੰਮ ਇਹਨਾਂ ਕੀਤਾ ਹੋਇਆ ਆ, ਇਹ ਸਾਡੀ ਮਰਜ਼ੀ ਹੋਊਗੀ, ਅਸੀਂ ਕੰਮ ਕਰਾ ਕੇ ਪੈਸੇ ਦੇਵਾਂਗੇ ਜਾਂ ਨਾ ਦੇਵਾਂਗੇ, ਭਾਵੇਂ ਦੀ ਇਹ ਕੰਪਲੇਂਟ ਨਹੀਂ ਕਰ ਸਕਦੇ। ਸੋ ਠੀਕ ਹੈ ਜੀ ਬੱਚਿਆਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਇਹੋ ਹੀ ਇੱਕ ਵੱਡਾ ਕਾਰਨ ਬਣਦਾ ਹੈਗਾ ਸ਼ੋਸ਼ਣ ਦਾ, ਹਾਂਜੀ, ਕਿ ਠੀਕ ਹੈ ਜੀ ਉਹਨਾਂ ਦੇ ਪੈਸੇ ਮਾਰੇ ਜਾਣ ਦਾ, ਕਿ ਉਹਨਾਂ ਨੂੰ ਇਹ ਜਿਹੜਾ ਵੱਡਾ ਇੱਕ ਹੁੰਦਾ ਆ ਉਹਨਾਂ ਦੇ ਮਨਾਂ ਦੇ ਵਿੱਚ, ਬਿਜ਼ਨਸਮੈਨ ਜਿਹੜੇ ਇਦਾਂ ਦੇ ਕੁਝ ਹੈਗੇ ਆ ਕਿ ਜੀ ਇਹ ਕਿਤੇ ਵੀ ਸ਼ਿਕਾਇਤ ਨਹੀਂ ਕਰ ਸਕਣਗੇ, ਇਹਨਾਂ ਦੀ ਮਜਬੂਰੀ ਹੈਗੀ ਆ, ਇਹਨਾਂ ਨੂੰ ਕੰਮ ਚਾਹੀਦਾ ਹੈਗਾ ਆ, ਜਿੰਨੇ ਪੈਸੇ ਦੇਵਾਂਗੇ ਲੈ ਲੈਣਗੇ, ਨਹੀਂ ਦੇਵਾਂਗੇ ਤਾਂ ਨਾ ਸਹੀ, ਕੋਈ ਗੱਲ ਨਹੀਂ, ਕਿਹੜੀ ਇਹਨਾਂ ਦੀ ਕੋਈ ਫਰਿਆਦ ਸੁਣੀ ਜਾਣੀ ਆ। ਇਹ ਇੱਕ ਪੁਆਇੰਟ ਹੈਗਾ ਸ਼ੋਸ਼ਣ ਦਾ।
ਦੂਜਾ ਠੀਕ ਹੈ ਪੁਆਇੰਟ ਹੈਗਾ ਆ ਇੱਥੋਂ ਦਾ LMIA ਸਿਸਟਮ, ਜਿਹਦੇ ਓਕੇ ਬਿਹਾਫ ਦੇ ਉੱਤੇ ਵਰਕ ਪਰਮਿਟ ਜਿਹੜਾ ਹੈਗਾ ਮਿਲ ਕੇ ਗਾਂ ਅੱਗੇ PR ਮਿਲਣੀ ਹੁੰਦੀ ਆ। ਤੁਸੀਂ ਮੇਰੀ ਗੱਲ ਜੀ ਸਮਝਦੇ ਹੋ? ਜੀ ਕੋਈ ਜੀ ਵੀ ਅੰਤਰਰਾਸ਼ਟਰੀ ਵਿਦਿਆਰਥੀ ਜਦੋਂ ਆਪਣੀ ਪੜ੍ਹਾਈ ਪੂਰੀ ਕਰ ਲੈਂਦਾ ਈਵਨ, ਉਸ ਤੋਂ ਬਾਅਦ ਜੀ ਜੇ ਉਹਨੇ ਫੁੱਲ ਟਾਈਮ ਵੀ ਕੰਮ ਕਰ ਰਿਹਾ ਤਾਂ ਉਹਨੂੰ ਐਟ ਲੀਸਟ ਇੱਕ ਬਿਜ਼ਨਸਮੈਨ ਕੋਲੋਂ ਇੱਕ LMIA ਲੈਟਰ ਲੇਬਰ ਜਿਹੜਾ ਹੁੰਦਾ ਉਹ ਚਾਹੀਦਾ ਹੁੰਦਾ ਆ ਵਰਕ ਪਰਮਿਟ ਦੇ ਲਈ। ਵਰਕ ਪਰਮਿਟ ਇੱਕ ਆਪਾਂ ਕਹਿ ਸਕਦੇ ਉਹਨੂੰ, ਉਹ ਲੈਟਰ ਜਿਹੜਾ ਹੈਗਾ ਆ ਉਹ ਹਰ ਹਾਲਤ ਦੇ ਵਿੱਚ ਉਹਨੂੰ ਗਾਂ ਅੱਗੇ PR ਦਾ ਕੇਸ ਪਾਉਣ ਲਈ ਵੀ ਚਾਹੀਦਾ ਹੁੰਦਾ। ਸੋ ਜੀ ਉਹ ਇੱਕ ਮਜਬੂਰੀ ਹੁੰਦੀ ਆ ਕਿ ਉਹਨਾਂ ਨੂੰ ਇਹ ਜ਼ਰੂਰੀ ਹੁੰਦਾ ਕਿ ਇਸ ਬਿਜ਼ਨਸਮੈਨ ਅਸੀਂ ਕੰਮ ਲਗਾਤਾਰ ਕਰਦੇ ਰਹੀਏ ਤਾਂ ਜੋ ਸਾਡਾ PR ਦਾ ਕੇਸ ਖਰਾਬ ਨਾ ਹੋਵੇ, ਉਹ ਕੇਸ ਠੀਕ ਹੈ ਚੱਲਦਾ ਰਹੇ। ਹਾਲਾਂਕਿ ਪਿੱਛੇ ਜੇ ਕੈਨੇਡਾ ਗਵਰਨਮੈਂਟ ਨੇ ਇਹ ਗੱਲ ਕੀਤੀ ਸੀ, ਬਹੁਤ ਖਾਸ ਹਾਲਾਤਾਂ ਦੇ ਵਿੱਚ ਦੇ ਕੋਈ ਮਿਸਯੂਜ਼ ਕਰ ਰਿਹਾ ਬਿਜ਼ਨਸਮੈਨ ਤੇ ਕੋਈ ਜੀ ਵੀ ਜੀ ਜਿਹੜਾ ਕੰਮ ਹੈਗਾ ਆਪਣਾ ਜਗ੍ਹਾ ਚੇਂਜ ਕਰ ਸਕਦਾ ਤੇ ਉਹਨੂੰ ਉਹਦਾ PR ਕੇਸ ਖਰਾਬ ਨਹੀਂ ਹੋਊਗਾ। ਪਰ ਇਹ ਸਿਰਫ ਠੀਕ ਕਹਿਣ ਦੀਆਂ ਗੱਲਾਂ ਹੈਗੀਆਂ, ਅਸਲੀਅਤ ਇਹ ਤੋਂ ਬਹੁਤ ਦੂਰ ਹੈਗੀ ਆ ਕਿ ਹਰ ਬੰਦੇ ਨੂੰ ਡਰ ਹੁੰਦਾ ਕਿ ਮੈਂ ਨਵੇਂ ਥਾਂ ਗਿਆ ਬਟ ਨਵੇਂ ਹਾਲਾਤ ਹੋਣਗੇ, ਫਿਰ ਨਵੇਂ ਸਿਰੋਂ ਕੰਮ ਸ਼ੁਰੂ ਹੋਊਗਾ, ਮੇਰਾ ਟਾਈਮ ਖਰਾਬ ਹੋਊਗਾ, ਮੇਰਾ ਫਿਊਚਰ ਖਰਾਬ ਹੋ ਜਾਏਗਾ। ਇਹ ਵੀ ਇੱਕ ਕਾਰਨ ਬਣਦਾ ਹੈਗਾ ਉਹਨਾਂ ਦੀ ਮਜਬੂਰੀ ਦਾ। ਇਹਦੀ ਆੜ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੈਗੇ ਆ ਉਹਨਾਂ ਕੋਲੋਂ ਜੀ ਐਗਰੀਮੈਂਟ ਕਰਾਉਂਦੇ ਆ, ਜਿਹੜੇ ਐਗਰੀਮੈਂਟ ਉਹਨਾਂ ਪਹਿਲਾਂ ਵਕੀਲਾਂ ਕੋਲੋਂ ਆਪਣੇ ਵਕੀਲਾਂ ਕੋਲੋਂ ਬਣਾਏ ਹੁੰਦੇ ਆ, ਉਹਨਾਂ ਕੋਲੋਂ ਜੀ ਸਾਈਨ ਕਰਾ ਲੈਂਦੇ ਆ। ਸੋ ਇੱਥੇ ਮੰਨਿਆ ਜਾਂਦਾ ਕਿ ਜੇ ਕੋਈ ਵੀ ਬੰਦਾ ਐਗਰੀਮੈਂਟ ਕਰ ਲੈਂਦਾ ਜਦੋਂ, ਤਾਂ ਉਹ ਐਗਰੀਮੈਂਟ ਦੇ ਲਈ ਉਹ ਬਾਉਂਡਡ ਹੁੰਦਾ। ਠੀਕ ਹੈ ਈਵਨ ਜੀ ਜੇ ਆਪਾਂ ਕਹ ਲਈਏ ਜੇ ਅਡਲਟ ਹੈਗਾ ਆ, ਉਹਨੇ ਐਗਰੀਮੈਂਟ ਸਾਈਨ ਕੀਤਾ ਹੈਗਾ ਆ, ਉਹ ਪੜ੍ਹਿਆ ਲਿਖਿਆ ਹੈਗਾ ਆ, ਤੇ ਉਹਦੇ ਲਈ ਉਹ ਕਿਤੇ ਵੀ ਅਦਾਲਤ ਵਿੱਚ ਜਾਏ ਤੇ ਉਸ ਐਗਰੀਮੈਂਟ ਦੇ ਬੇਸ ਦੇ ਉੱਪਰ ਅੱਗੇ ਉਹਨੂੰ ਫਾਈਟ ਕਰਨਾ ਆਪਣੇ ਹੱਕਾਂ ਲਈ ਬੜਾ ਔਖਾ ਹੋ ਜਾਂਦਾ ਆ। ਜੀ ਸੋ ਇਹ ਇੱਕ ਹੋਰ ਇੱਕ ਕਾਰਨ ਤੁਹਾਨੂੰ ਮੈਂ ਜਿਹੜਾ ਦੱਸਿਆ ਹੈਗਾ ਆ, ਜਿਹੜਾ ਮੇਜਰ ਜਿਹੜੇ ਕਾਰਨ ਬਣਦੇ ਹੈਗੇ ਆ ਵਿਦਿਆਰਥੀਆਂ ਦੇ ਸ਼ੋਸ਼ਣ ਦੇ। ਹਾਂਜੀ, ਠੀਕ ਹੈ ਸੋ ਕੁੱਲ ਮਿਲਾ ਕੇ ਜੇ ਮੈਂ ਗੱਲ ਕਰਾਂ, ਹਾਲਾਤਾਂ ਦੀ ਮਜਬੂਰੀ, ਪੈਸੇ ਦੀ ਲੋੜ, ਜੀ ਜਿਹੜਾ ਮਿਨੀਮਮ ਲੇਬਰ ਰੇਟ, ਮਿਨੀਮਮ ਆਵਰ ਹੈਗੇ ਕੰਮ ਕਰਨ ਦੇ ਲੀਗਲੀ, ਉਹਦੇ ਵਿੱਚ ਉਹਦਾ ਪੂਰਾ ਗੁਜ਼ਾਰਾ ਨਾ ਹੋਣਾ ਤੇ ਕੈਸ਼ ਜੀ ਤੇ ਕੰਮ ਕਰਨਾ, ਇਹ ਸਾਰੇ ਕਾਰਨ ਹੈਗੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜੇ ਸਟੂਡੈਂਟ ਹੈਗੇ ਆ ਅੰਤਰਰਾਸ਼ਟਰੀ ਜਿਹੜੇ ਕਾਮੇ ਹੈਗੇ ਆ, ਸਟੂਡੈਂਟ ਅੰਤਰਰਾਸ਼ਟਰੀ ਸਟੂਡੈਂਟ, ਉਸ ਤੋਂ ਬਾਅਦ ਜਿਹੜੇ ਵਰਕ ਪਰਮਿਟ ਦੇ ਕੰਮ ਕਰਦੇ ਆ, ਉਹਨਾਂ ਨੂੰ ਉਹ ਮਾਹੌਲ ਨਹੀਂ ਮਿਲ ਪਾਉਂਦਾ। ਤੇ ਜਿਹੜੇ ਇਹਨਾਂ ਦੀ ਮਜਬੂਰੀ ਦਾ ਫਾਇਦਾ ਜਿਹੜੇ ਬਿਜ਼ਨਸਮੈਨ ਇਦਾਂ ਦੇ ਉਠਾਉਂਦੇ ਹੈਗੇ ਆ, ਜਿਹੜਾ ਕਿ ਬਿਲਕੁਲ ਸਰਾਸਰ ਕੈਨੇਡਾ ਦੇ ਜਿਹੜਾ ਚਾਰਟਰ ਹੈਗਾ ਉਹਦੇ ਅਕੋਰਡਿੰਗਲੀ ਗਲਤ ਹੈਗਾ ਜੀ। ਤੇ ਸਰਕਾਰਾਂ ਨੂੰ ਇਹ ਜਿਹੜੇ ਸ਼ੋਸ਼ਣ ਹੋ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ, ਸਰਕਾਰਾਂ ਨੂੰ ਐਸੇ ਕਿਹੜੇ ਸਟੈਪ ਚੁੱਕਣੇ ਚਾਹੀਦੇ ਨੇ ਜਿਨ੍ਹਾਂ ਨਾਲ ਇਹ ਵਿਦਿਆਰਥੀ ਨਾਲ ਜਿਹੜੇ ਸ਼ੋਸ਼ਣ ਹੋ ਰਹੇ ਨੇ ਉਹਨਾਂ ਤੋਂ ਬਚਾਇਆ ਜਾ ਸਕੇ? ਦੇਖੋ, ਤੁਹਾਡਾ ਸਵਾਲ ਤੇ ਬੜਾ ਜਾਇਜ਼ ਆ, ਲੇਕਿਨ ਜਦੋਂ ਅਸੀਂ ਪਹਿਲਾਂ ਸਰਕਾਰਾਂ ਨੂੰ ਕੁਝ ਕਹਿਣਾ ਹੁੰਦਾ ਆ, ਕੁਝ ਕਰਨ ਵਾਸਤੇ ਸਾਡੀ ਕੋਈ ਸਰਕਾਰ ਕੋਲੋਂ ਕੋਈ ਮੰਗ ਹੈਗੀ ਆ, ਐਕਸਪੈਕਟੇਸ਼ਨ ਹੈਗੀ ਆ, ਉਸ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਕੁਝ ਕੰਮ ਸਾਡੇ ਆਪਣੇ ਪੱਧਰ ਤੇ ਕਰਨ ਵਾਲੇ ਹੁੰਦੇ ਆ। ਜੇ ਅਸੀਂ ਜੀ ਉਹਨੂੰ ਆਪ ਕਰਦੇ ਹੈਗੇ ਆ, ਫੇਰ ਹੀ ਸਰਕਾਰ ਨੂੰ ਅਸੀਂ ਕਹਿਣ ਲਈ ਕੁਛ ਨਾ ਕੁਛ ਸਾਡਾ ਰਾਈਟ ਬਣਦਾ ਹੈਗਾ। ਕਿਉਂਕਿ ਉਹਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਕੰਮ ਅੰਤਰਰਾਸ਼ਟਰੀ ਵਰਕਰ ਹੈਗੇ ਆ, ਜੀ ਉਹਨਾਂ ਦੇ ਕੁਛ ਉਹਨਾਂ ਦੇ ਪਾਰਟ ਦੇ ਕੰਮ ਕਰਨ ਵਾਲੇ ਹੈਗੇ ਆ, ਤੇ ਜਿਹੜੇ ਬਿਜ਼ਨਸਮੈਨ ਹੈਗੇ ਉਹਨਾਂ ਨੂੰ ਤਾਂ ਚਾਹੀਦਾ ਹੀ ਚਾਹੀਦਾ ਹੈਗਾ। ਉਹਨਾਂ ਦੀ ਵੀ ਅਸੀਂ ਗੱਲ ਕਰਾਂਗੇ ਕਿ ਉਹਨਾਂ ਨੂੰ ਐਟ ਲੀਸਟ ਕੀ ਸਮਝ ਕਰਨੀ ਚਾਹੀਦੀ ਆ। ਲੇਕਿਨ ਮੈਂ ਜੀ ਤੁਹਾਨੂੰ ਸੇਫਗਾਰਡ ਦੀ ਗੱਲ ਦੱਸਣ ਲੱਗਾਂਗੇ, ਜਿਹੜੇ ਅੰਤਰਰਾਸ਼ਟਰੀ ਕਾਮੇ ਹੈਗੇ ਆ ਉਹਨਾਂ ਨੂੰ ਕੀ ਆਪਣਾ ਸੇਫਗਾਰਡ ਲੈਣ ਦੀ ਲੋੜ ਆ ਪਹਿਲਾਂ ਤੋਂ ਹੀ, ਕਿ ਐਟ ਲੀਸਟ ਉਹਨਾਂ ਦਾ ਇਦਾਂ ਸ਼ੋਸ਼ਣ ਨਾ ਹੋਵੇ। ਜੇ ਕਿਸੇ ਤਰ੍ਹਾਂ ਇਦਾਂ ਦਾ ਮਸਲਾ ਬਣਦਾ ਵੀ ਆ ਤਾਂ ਉਹਨਾਂ ਦਾ ਬਿਹੇਵ ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹਦੇ ਜੀ ਤੋਂ ਬਚਣ ਵਾਸਤੇ। ਸੋ ਬਿਲਕੁਲ ਜੇ ਉਹਨਾਂ ਨਾਲ ਕੋਈ ਇਦਾਂ ਦਾ ਐਕਸਪਲੋਇਟੇਸ਼ਨ ਹੁੰਦੀ ਆ, ਉਹਨਾਂ ਨੂੰ ਇਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਆ। ਪਹਿਲਾਂ ਤਾਂ ਇਦਾਂ ਦਾ ਹਾਲਾਤਾਂ ਨਾ ਸਾਹਮਣਾ ਕਰਨਾ ਪਵੇ, ਉਹਨਾਂ ਨੂੰ ਇਹ ਚਾਹੀਦਾ ਹੈਗਾ ਕਿ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਕਰਨਾ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਐਗਰੀਮੈਂਟ ਹੈਗਾ ਖਾਸ ਕਰਕੇ ਉਹ ਨਾ ਕਰਨ। ਜੇ ਕੋਈ ਐਗਰੀਮੈਂਟ ਕਰਨਾ ਵੀ ਹੈਗਾ ਤਾਂ ਉਹ ਆਪਣੇ ਕਮ ਸੇ ਕਮ ਕੋਈ 50 ਜਾਂ $20 ਦੇ ਕੇ ਕਿਸੇ ਲਾਇਰ ਨੂੰ ਬਾਹਰ ਉਹਦੇ ਕੋਲ ਕਾਪੀ ਲੈ ਆਉਣ ਪਹਿਲਾਂ ਸਾਈਨ ਕਰਨ ਤੋਂ ਪਹਿਲਾਂ, ਤੋਂ ਲਾਇਰ ਕੋਲ ਪੜ੍ਹਾ ਲੈਣ ਬਾਹਰ, ਉਹਨੂੰ ਰੀਡ ਕਰਾਉਣ ਕਿ ਇਹਦੇ 'ਚ ਲਿਖਿਆ ਕੀ ਹੈਗਾ ਐਟ ਲੀਸਟ। ਜੇ ਜੀ LMIA ਦਾ ਕੋਈ ਐਗਰੀਮੈਂਟ ਕਰਨਾ ਹੈਗਾ ਤਾਂ ਉਹਦੇ ਆਪਣੇ ਸੇਫਗਾਰਡ ਜ਼ਰੂਰ ਵੇਖਣ, ਐਗਰੀਮੈਂਟਾਂ ਨੂੰ ਧਿਆਨ ਨਾਲ ਪੜ੍ਹਨ, ਕਿਉਂਕਿ ਜਿਹੜੇ ਬਿਜ਼ਨਸਮੈਨ ਹੈਗੇ ਆ ਇਹਨਾਂ ਦੇ ਲੀਗਲ ਪਰਸਪੈਕਟਿਵ ਪੱਖੋਂ ਕਾਫੀ ਮਜ਼ਬੂਤ ਹੁੰਦੇ ਆ, ਇਹਨਾਂ ਦੇ ਆਪਣੇ ਵਕੀਲ ਹੁੰਦੇ ਆ ਬਹੁਤਿਆਂ ਦੇ। ਜੇ ਨਹੀਂ ਵੀ ਹੁੰਦੇ ਤਾਂ ਉਹ ਆਪਣੇ ਵਕੀਲਾਂ ਨੂੰ ਹਾਇਰ ਕਰਨ ਦੀ ਸਮਰੱਥਾ ਰੱਖਦੇ ਆ। ਉਹਨਾਂ ਨੇ ਬਿਲਕੁਲ ਪਹਿਲਾਂ ਤੋਂ ਹੀ ਜਿਹੜੇ ਐਗਰੀਮੈਂਟ ਬਣਾਏ ਹੁੰਦੇ ਆ ਉਹ ਵਕੀਲਾਂ ਕੋਲੋਂ ਹੀ ਬਣਾਏ ਹੁੰਦੇ ਆ। ਸੋ ਕੁੱਲ ਮਿਲਾ ਕੇ ਜੇ ਮੈਂ ਗੱਲ ਕਰਾਂ ਕਿ ਉਹ ਉਹਨਾਂ ਹਾਲਾਤਾਂ ਵਿੱਚ ਇਹਨਾਂ ਨੂੰ ਆਪਣੇ ਸੇਫਗਾਰਡ ਵਰਤਣ ਦੀ ਲੋੜ ਆ। ਦੂਜਾ, ਜਦੋਂ ਕੈਸ਼ ਤੇ ਕੰਮ ਕਰਦੇ ਹੈਗਾ ਤੇ ਹਮੇਸ਼ਾ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈਗੀ ਆ
ਕਿ ਜਿਹੜਾ ਕੰਮ ਉਹ ਕਰ ਰਹੇ ਹੈਗੇ ਆ ਉਹਦੀ ਅਨਸਰਟਨਟੀ ਹਮੇਸ਼ਾ ਹੈਗੀ ਆ। ਕੋਈ ਨਾ ਕੋਈ ਮੇਕ ਸ਼ੋਰ ਇਹ ਜ਼ਰੂਰ ਕਰਨਾ ਕਿ ਆਪਣੇ ਲੰਬਾ ਸਮਾਂ ਉਹ ਬਿਨਾਂ ਤਨਖਾਹ ਤੋਂ ਕੰਮ ਨਾ ਕਰਦੇ ਰਹਿਣ। ਮੇਰੇ ਕਹਿਣ ਦਾ ਵੀ ਜੇ ਇੱਕ ਹਫ਼ਤੇ ਲਈ ਉਹਨਾਂ ਕੰਮ ਕੀਤਾ, ਉਹਨੇ ਕੋਈ ਬਹਾਨਾ ਲਾਤਾ ਕਿ ਮੈਂ ਅੱਜ ਇਹ ਦੇ ਦੂੰਗਾ, ਹਨਾ, ਫਿਰ ਅਗਲਾ ਹਫ਼ਤਾ ਵੀ ਕੰਮ ਕਰਤਾ, ਅਗਲਾ ਹਫ਼ਤਾ ਵੀ ਕੰਮ ਕਰ ਲਿਆ, ਟਰਸਟ ਕਰ ਲਿਆ ਕਿ ਕੋਈ ਨਹੀਂ ਮੈਨੂੰ ਦੇ ਹੀ ਦੇਊਗਾ। ਇਹ ਕੰਮ ਨਾ ਕਰਨ। ਜੇ ਉਹਨਾਂ ਨੂੰ ਇੱਕ ਹਫ਼ਤੇ ਤੋਂ ਬਾਅਦ ਪੇਮੈਂਟ ਨਹੀਂ ਮਿਲਦੀ ਤੇ ਉਹ ਜ਼ਰੂਰੀ ਹੈਗਾ ਕਿ ਉਹ ਡਰੋਪ ਕਰਨ ਕੰਮ, ਜਾਂ ਉਹਨੂੰ ਨੋਟਿਸ ਦੇਣ, ਜਾਂ ਉਹਨੂੰ ਈਮੇਲ ਕਰਨ ਕਿ ਮੈਨੂੰ ਮੇਰੀ ਸੈਲਰੀ ਚਾਹੀਦੀ ਹੈਗੀ ਆ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਜਿਹੜਾ ਕੈਸ਼ ਦਾ ਕੰਮ ਹੁੰਦਾ, ਇਹਦੇ ਵਿੱਚ ਕੋਈ ਵੀ ਲੀਗਲ ਪਰਸਪੈਕਟਿਵ ਨਹੀਂ ਹੁੰਦਾ। ਇਹਦਾ ਇੱਕੋ ਹੀ ਪ੍ਰੀਕਾਸ਼ਨ ਹੈਗਾ, ਜੇ ਤੁਹਾਨੂੰ ਅਗਲਾ ਪੈਸਾ ਨਹੀਂ ਪੇ ਕਰ ਰਿਹਾ ਤਾਂ ਤੁਸੀਂ ਕੰਮ ਨਾ ਕਰੋ, ਤੁਸੀਂ ਕੰਟੀਨਿਊ ਨਾ ਰੱਖੋ। ਇਹਦਾ ਮਤਲਬ ਇਹ ਆ ਕਿ ਉਹਦੇ ਮਨ ਦੇ ਵਿੱਚ ਕੁਛ ਨਾ ਕੁਛ ਗੱਲ ਹੋ ਸਕਦੀ ਆ। ਲੰਬਾ ਸਮਾਂ ਕੰਮ ਨਾ ਕਰੋ, 1-2 ਵੀਕ ਤੋਂ ਜਾਇਜ਼ ਹੋ ਸਕਦੇ ਆ। ਸੋ ਇੱਥੋਂ ਵੀ ਬਚਿਆ ਜਾ ਸਕਦਾ। ਪਹਿਲਾਂ ਤੁਹਾਨੂੰ ਐਗਰੀਮੈਂਟ ਦੀ ਮੈਂ ਗੱਲ ਦੱਸੀ ਆ। ਦੂਜਾ ਆਪਾਂ ਗੱਲ ਦੱਸੀ ਹੈਗੀ ਆ ਕਿ ਕੰਮ ਨੂੰ ਕੰਟੀਨਿਊ ਉਹਨਾਂ ਹਾਲਤਾਂ ਵਿੱਚ ਨਾ ਕਰੋ ਜਿੰਨਾ ਹਾਲਤਾਂ ਤੁਹਾਨੂੰ ਲੱਗਦਾ ਕਿ ਹੁਣ ਮੈਨੂੰ ਪੇਮੈਂਟ ਨਹੀਂ ਮਿਲ ਰਹੀ, ਹੋਰ ਕੰਟੀਨਿਊ ਨਾ ਕਰੋ। ਜੇ ਏਦਾਂ ਦੀ ਗੱਲ ਹੈਗੀ ਵੀ ਆ ਤੇ ਕੁਝ ਰਿਵਿਊ ਜ਼ਰੂਰ ਪੜੋ ਉਹਨਾਂ ਦੇ ਜਿਹੜੇ ਬਿਜ਼ਨਸਮੈਨ ਹੈਗੇ ਆ, ਕਿਉਂਕਿ ਰਿਵਿਊ ਪੜਨ ਦੇ ਨਾਲ ਇੱਥੇ ਰਿਵਿਊ ਪੜ੍ਹ ਤੋਂ ਭਾਵ ਹੈਗਾ ਕਿ ਤੁਸੀਂ ਆਨਲਾਈਨ ਜੇ ਉਹਨਾਂ ਦੀ ਵੈਬਸਾਈਟ ਹੁੰਦੀ ਹੈ ਤਾਂ ਉੱਥੇ ਜੇ ਕਿਸੇ ਨਾਲ ਕੋਈ ਬੈਡ ਐਕਸਪੀਰੀਅੰਸ ਹੋਇਆ ਹੋਵੇ ਤੇ ਉਹ ਰਿਵਿਊ ਲਿਖ ਕੇ ਜਾਂਦੇ ਆ ਥੱਲੇ ਕਿ ਬਿਜ਼ਨਸਮੈਨ ਚੰਗਾ ਨਹੀਂ ਹੈਗਾ ਜਾਂ ਬਹੁਤ ਚੰਗਾ ਆ, ਇਹਨੇ ਮੈਨੂੰ ਬੜਾ ਚੰਗਾ ਵਧੀਆ ਟ੍ਰੀਟਮੈਂਟ ਦਿੱਤੀ ਹੈ, ਮੈਨੂੰ ਤਨਖਾਹ ਵੀ ਵਧੀਆ ਟਾਈਮ ਸਿਰ ਦਿੱਤੀ ਸੀ। ਜੇ ਨਾ ਦਿੱਤੀ ਹੋਵੇ ਤਾਂ ਵੀ ਉਹ ਰਿਵਿਊ ਪਾ ਕੇ ਜਾਂਦਾ ਹੈਗਾ ਕਿ ਇਹ ਬਿਜ਼ਨਸਮੈਨ ਕੋਈ ਬਹੁਤ ਗੁੱਡ ਬੰਦਾ ਨਹੀਂ ਹੈਗਾ। ਸੋ ਜੇ ਉਹ ਰਿਵਿਊ ਪੜ੍ਹ ਲੈਣਗੇ, ਐਟਲੀਸਟ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਕੰਟੈਕਟ ਵੀ ਹੋ ਜਾਂਦਾ ਇੱਕ ਦੂਜੇ ਨਾਲ, ਉਹਨਾਂ ਨਾਲ ਕੰਟੈਕਟ ਕਰ ਸਕਦੇ ਕਿ ਤੁਹਾਨੂੰ ਕਿੱਦਾਂ ਦਾ ਐਕਸਪੀਰੀਅੰਸ ਇੱਥੇ ਰਿਹਾ ਕੰਮ ਕਰਨ ਦਾ। ਹਾਂਜੀ, ਜਿਹੜੇ ਉੱਥੇ ਅਪਲਾਈ ਕੰਮ ਕਰ ਰਹੇ ਆ ਰੀਸੈਂਟ ਪਹਿਲਾਂ ਤੋਂ, ਉਹਨਾਂ ਨਾਲ ਥੋੜੀ ਬਹੁਤੀ ਉਹ ਕਿਸੇ ਤਰੀਕੇ ਨਾਲ ਗੱਲਬਾਤ ਕਰ ਸਕਦੇ ਕਿ ਤੁਹਾਨੂੰ ਸੈਲਰੀ ਪ੍ਰੋਪਰ ਮਿਲ ਰਹੀ ਆ ਜਾਂ ਕਿਵੇਂ ਆ। ਤਾਂ ਹੀ ਉਹਨਾਂ ਹਾਲਾਤਾਂ 'ਚ ਹੀ ਆਪਣਾ ਕੰਮ ਕੈਸ਼ ਤੇ ਕਰਨ, ਕਿਉਂਕਿ ਮਜਬੂਰੀ ਆ, ਕੈਸ਼ ਤੇ ਕੰਮ ਤੇ ਕਰਨਾ ਹੀ ਪੈਣਾ, ਹਨਾ। ਹੁਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਹਦੇ ਵਿੱਚ ਹੁਣ ਅੱਗੇ ਜੇ ਐਕਸਪਲੋਇਟੇਸ਼ਨ ਹੁੰਦੀ ਆ ਤੇ ਉਹ ਕੀ ਹੋਣਾ ਚਾਹੀਦਾ। ਜੀ ਤੁਸੀਂ ਆਪਣੇ ਕੁਝ ਪੁੱਛਣਾ ਚਾਹ ਰਹੇ ਸੀ ਮੈਨੂੰ। ਹਾਂਜੀ, ਤੇ ਜਿਵੇਂ ਜਿਹੜੇ ਬੱਚਿਆਂ ਨਾਲ ਸ਼ੋਸ਼ਣ ਹੋ ਰਿਹਾ, ਉਹ ਮਤਲਬ ਕਿ ਰਿਵਿਊ ਪੜ੍ਹ ਸਕਦੇ ਆ ਤਾਂ ਕਿ ਜਿਹੜੇ ਪਹਿਲੇ ਉੱਥੇ ਕੰਮ ਕਰਕੇ ਗਏ ਨੇ ਕਾਰੋਬਾਰੀਆਂ ਦੇ ਕੋਲ, ਉਹ ਰਿਵਿਊ ਦੇਖ ਕੇ ਸਤਰਕ ਹੋ ਸਕਦੇ ਨੇ ਕਿ ਇਹ ਬੰਦਾ ਸਾਡੇ ਲਈ ਠੀਕ ਆ ਜਾਂ ਗਲਤ ਹੋ ਸਕਦਾ ਆ। ਇਹ ਬਹੁਤ ਵਧੀਆ ਜਾਣਕਾਰੀ ਤੁਸੀਂ ਜਿਹੜੀ ਦਿੱਤੀ ਹੈ। ਹਾਂਜੀ, ਉਹਦਾ ਇਹ ਇੱਥੇ ਇੱਕ ਰਿਵਾਜ ਹੈਗਾ ਕੈਨੇਡਾ ਦੇ ਵਿੱਚ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਰਿਵਿਊ ਜ਼ਰੂਰ ਉਹਨਾਂ ਨੂੰ ਪੜ੍ਹਨੇ ਚਾਹੀਦੇ ਆ। ਆਨਲਾਈਨ ਕ੍ਰੈਡਿਟ ਇੱਕ ਸਕੋਰ ਹੁੰਦਾ ਕਈ ਬਿਜ਼ਨਸਮੈਨਾਂ ਦਾ, ਉਹ ਵੀ ਜ਼ਰੂਰ ਦੇਖ ਲੈਣਾ ਚਾਹੀਦਾ ਆ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹ ਰਿਹਾ ਸੀਗਾ ਕਿ ਐਟਲੀਸਟ ਜੇ ਕਿਸੇ ਨਾਲ ਐਕਸਪਲੋਇਟੇਸ਼ਨ ਹੁੰਦੀ ਆ ਤਾਂ ਉਹਦੇ ਲੀਗਲ ਰਾਈਟ ਕੀ ਹੈਗੇ ਆ। ਕੁਝ ਲੀਗਲ ਰਾਈਟ ਹੈਗੇ ਆ ਸਾਡੇ। ਜੇ ਕੋਈ ਫਰਜ਼ ਕਰੋ, ਜੇ ਹੁਣ ਜ਼ਰੂਰੀ ਨਹੀਂ ਹੈਗਾ 20 ਘੰਟੇ ਵਾਲੇ ਕੇਸ ਹੈਗੇ ਆ, ਕੋਈ ਫੁੱਲ ਟਾਈਮ ਵੀ ਬੰਦੇ ਕੰਮ ਕਰਦੇ ਹੈਗਾ ਤਾਂ ਵੀ ਉਹ ਬਿਜ਼ਨਸਮੈਨ ਕਈ ਵਾਰੀ ਪੈਸੇ ਮਾਰਦੇ ਹੈਗੇ ਆ। ਉਹਨਾਂ ਹਾਲਤਾਂ ਦੇ ਵਿੱਚ ਜੇ ਤੁਸੀਂ ਇਹ ਕੋਈ ਕੰਮ ਆ ਸਮਝਦਾ ਹੈਗਾ ਆ ਕਿ ਮੇਰਾ ਲੀਗਲ ਰਾਈਟ ਸੀ, ਮੈਂ ਇੰਨਾ ਲੀਗਲੀ ਕੰਮ ਕੀਤਾ ਹੈਗਾ, ਮੈਨੂੰ ਇਹਦੇ ਪੈਸੇ ਨਹੀਂ ਮਿਲੇ, ਬਜਾਏ ਕੁਝ ਹੰਗਾਮਾ ਕਰਨ ਦੇ, ਇਹ ਗੱਲ ਜ਼ਰੂਰ ਪਹਿਲਾਂ ਕਰਨੀ ਚਾਹੀਦੀ ਹੈ ਕਿ ਲੀਗਲੀ ਉਹਨੂੰ ਈਮੇਲ ਨੋਟਿਸ ਦਿਓ ਕਿ ਮੇਰੀ ਸੈਲਰੀ ਮੈਨੂੰ ਚਾਹੀਦੀ ਹੈਗੀ ਆ। ਉਹਨੂੰ ਸਮਾਂ ਦਿਓ ਉਹਨਾਂ ਕੁ ਕਿ ਉਹ ਤੁਹਾਡੀ ਸੈਲਰੀ ਪੇ ਕਰਨ ਦਾ। ਜੇ ਉਹਦੇ ਵਿੱਚ ਵੀ ਫਿਰ ਵੀ ਉਹ ਸਮਾਂ ਜੇ ਉਹ ਪੇ ਨਹੀਂ ਕਰਦਾ ਤੁਹਾਡੀ ਸੈਲਰੀ, ਫਿਰ ਐਟ ਲੀਸਟ ਤੁਸੀਂ ਜਿਹੜਾ ਸੰਬੰਧਿਤ ਇੱਥੇ ਲੇਬਰ ਡਿਪਾਰਟਮੈਂਟ ਹੈਗੇ ਆ, ਹਾਂਜੀ, ਲੇਬਰ ਇੱਕ ਬਕਾਇਦਾ ਉਹਦੇ ਕੋਲ ਪਹੁੰਚ ਕਰੋ ਲੀਗਲੀ। ਉੱਥੇ ਕੇਸ ਤੁਸੀਂ ਪੁੱਟ ਕਰ ਸਕਦੇ ਹੋ। ਇੱਥੇ ਸਮਾਲ ਕੋਰਟ ਹੈਗੀਆਂ ਜਿੱਥੇ ਤੁਸੀਂ, ਜੇ ਅਸੀਂ ਲੀਗਲੀ ਕੰਮ ਕਰਨ ਦੇ ਕਾਬਲ ਸੀ, ਸਾਡੇ ਫਿਰ ਵੀ ਬੰਦੇ ਨੇ ਪੈਸੇ ਮਾਰੇ ਹੈਗੇ ਕਿਸੇ ਬਿਜ਼ਨਸਮੈਨ ਨੇ, ਉਹਦੇ ਅਗੇਂਸਟ ਤੁਸੀਂ ਆਪਣੀ ਸ਼ਿਕਾਇਤ ਸਬੂਤਾਂ ਸਹਿਤ, ਜਿਹੜੇ ਵੀ ਕੰਮ ਇਹ ਕੰਮ ਕਰਦੇ ਹੈਗੇ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਸਾਡੇ ਨਾਲ ਕੱਲ ਨੂੰ ਕੁਝ ਵੀ ਹੋ ਸਕਦਾ। ਉਹ ਆਪਣੇ ਜਿਹੜੇ ਨਾਲ ਪ੍ਰੂਫ ਆ ਜ਼ਰੂਰ ਰੱਖਣ ਕਿ ਸਾਡੇ ਆ ਪ੍ਰੂਫ ਉਹਨਾਂ ਨੂੰ ਪਹਿਲਾਂ ਤੋਂ ਹੀ ਮੇਨਟੇਨ ਕਰਕੇ ਰੱਖਣੇ ਚਾਹੀਦੇ ਆ ਕੰਮ ਕਰਨ ਦੌਰਾਨ, ਤਾਂ ਜੋ ਕੱਲ ਨੂੰ ਜੇ ਵਾਧਾ ਘਾਟਾ ਹੁੰਦਾ ਤੇ ਉਹ ਉਹਨਾਂ ਨੂੰ ਯੂਜ਼ ਕਰ ਸਕਣ, ਉਹਨਾਂ ਦੇ ਕੰਮ ਆ ਸਕਣ। ਇਹੋ ਜਿਹੇ ਸਬੂਤ ਜੇ ਉਹਨਾਂ ਨੇ ਪਹਿਲਾਂ ਜਟਾਏ ਆ, ਉਹਨਾਂ ਨੂੰ ਲੈ ਕੇ ਇੱਕ ਫਾਰਮ ਮਿਲਦੇ ਹੈਗੇ ਆਨਲਾਈਨ, ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਆਨਲਾਈਨ ਸਬਮਿਸ਼ਨ ਹੋ ਜਾਂਦੀ ਹੈਗੀ ਆ। ਜੇ ਕੰਪਲੇਂਟ ਤੁਸੀਂ ਕਿਸੇ ਦੇ ਅਗੇਂਸਟ ਕਰਨੀ ਆ, ਆਪਣਾ ਜਿੰਨੇ ਤੁਹਾਡੇ ਪੈਸੇ ਮਾਰੇ ਗਏ ਆ ਪਲੱਸ ਜਿੰਨੇ ਤੁਹਾਡੇ ਦਿਨ ਖਰਾਬ ਹੋਏ ਉਹਦੀ ਵਜ੍ਹਾ ਕਰਕੇ, ਸਾਰਾ ਟੋਟਲ ਇੱਕ ਐਸਟੀਮੇਟ ਬਣਾ ਕੇ ਤੁਸੀਂ ਖੁਦ ਵੀ ਉਹਦੇ ਖਿਲਾਫ ਕੇਸ ਫਾਈਲ ਕਰ ਸਕਦੇ ਕਿ ਮੇਰਾ ਇੰਨੇ $1000 ਦਾ ਜਿਹੜਾ ਨੁਕਸਾਨ ਜਿਹੜਾ ਹੋਇਆ ਆ, ਮੇਰੇ ਪੈਸੇ ਪੇ ਬਣਦੇ ਆ। ਬਸ ਮੇਕ ਸ਼ੋਰ ਕਿ ਤੁਹਾਡਾ ਬਣਦੇ ਲੀਗਲੀ ਤੁਸੀਂ ਕੰਮ ਕਰਨ ਦੇ ਉਹਦੇ ਹੋਣੇ ਚਾਹੀਦੇ ਹੋ, ਤਾਂ ਤੁਹਾਡੇ ਲੀਗਲੀ ਤੁਸੀਂ ਇੰਟਾਈਟਲ ਕਰਦੇ ਹੋ ਇਹਦੇ ਲਈ। ਹਾਂਜੀ, ਠੀਕ ਹੈ ਜੀ। ਇਹ ਜਿਹੜੇ ਹੈਗਾ। ਹਾਂਜੀ ਹਾਂਜੀ,
ਜੀ ਜੀ ਤੇ ਜਿਹੜੇ ਵਿਦਿਆਰਥੀਆਂ ਨਾਲ ਚਲੋ ਸ਼ੋਸ਼ਣ ਹੋ ਰਿਹਾ ਹੈ, ਬਚਾਅ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬਚਾਅ ਕਰ ਸਕਦੇ ਹਾਂ, ਜਾਂ ਕਿਹੜੇ ਐਸੇ ਸਟੈਪ ਨੇ ਜਿਨ੍ਹਾਂ ਕਰਕੇ ਜਿਹੜੇ ਸਟੂਡੈਂਟਾਂ ਨਾਲ ਸ਼ੋਸ਼ਣ ਹੋਣਾ ਹੈ ਉਸ ਤੋਂ ਬਚਾਅ ਹੋ ਸਕਦਾ ਹੈ। ਪਰ ਕੈਨੇਡਾ ਦੇ ਵਿੱਚ ਤਕਰੀਬਨ ਪੰਜਾਬੀ ਲੋਕ ਵੀ ਰਹਿ ਰਹੇ ਹਨ। ਬਿਲਕੁਲ ਜੀ। ਜੋ ਪੰਜਾਬੀ ਉੱਥੇ ਵਸ ਰਹੇ ਨੇ, ਉਹਨਾਂ ਨੂੰ ਇਹਨਾਂ ਲੋਕਾਂ ਦੀ ਮਦਦ ਕਿਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ? ਉਹਨਾਂ ਵੱਲੋਂ ਕੀ ਸਹਿਯੋਗ ਇਹਨਾਂ ਵਿਦਿਆਰਥੀਆਂ ਨੂੰ ਹੋਣਾ ਚਾਹੀਦਾ ਹੈ? ਦੇਖੋ, ਜਿਹੜਾ ਸਾਡਾ ਪੰਜਾਬੀ ਭਾਈਚਾਰਾ ਇੱਥੇ ਰਹਿ ਰਿਹਾ, ਬੜੇ ਲੰਬੇ ਸਮੇਂ ਤੋਂ ਰਹਿ ਰਿਹਾ, ਉਦੋਂ ਅਜੇ 20ਵੀਂ 19ਵੀਂ ਸਦੀਵੀਂ ਜਿਹੜੀ ਆਈ ਸੀ, ਜਦੋਂ ਤੋਂ ਸਾਡਾ ਪੰਜਾਬੀ ਭਾਈਚਾਰਾ ਐਂਗਲੋ ਟਾਈਮ ਦੇ ਟਾਈਮ ਤੇ, ਜਦੋਂ ਅਜੇ ਕੈਨੇਡਾ ਆਜ਼ਾਦ ਵੀ ਨਹੀਂ ਸੀ ਹੋਇਆ, ਅੰਗਰੇਜ਼ਾਂ ਦੇ ਥੱਲੇ ਸੀਗਾ, ਉਸ ਟਾਈਮ ਤੋਂ ਸਾਡਾ ਪੰਜਾਬੀ ਭਾਈਚਾਰਾ ਇੱਥੇ ਹੈਗਾ ਆ। ਜਿਹੜੇ ਵੱਖ-ਵੱਖ ਕਾਰੋਬਾਰ ਹੈਗੇ ਆ ਉਹਨਾਂ 'ਚ ਐਸਟੈਬਲਿਸ਼ ਹੈਗਾ ਆ, ਵੱਡੇ ਕਾਰੋਬਾਰ ਉਹਨਾਂ ਦੇ ਵਿੱਚ ਐਸਟੈਬਲਿਸ਼ ਹੈਗਾ। ਪੋਲੀਟੀਕਲ ਜਿਹੜਾ ਡਾਇਸਪੋਰਾ ਹੈਗਾ ਉਹਦੇ ਵਿੱਚ ਵੱਡੇ ਅਹੁਦਿਆਂ ਤੇ ਸਾਡਾ ਜਿਹੜਾ ਪੰਜਾਬੀ ਡਾਇਸਪੋਰਾ ਉਹ ਐਸਟੈਬਲਿਸ਼ ਹੈਗਾ ਆ। ਮੰਤਰੀ ਹੈਗੇ ਆ, ਐਮਪੀਪੀ ਹੈਗੇ ਆ, ਐਮਪੀ ਹੈਗੇ ਆ, ਕਾਉਂਸਲਰ ਹੈਗੇ ਆ, ਮੇਅਰ ਹੈਗੇ ਆ ਸਾਡੇ ਆਪਣੇ। ਹਾਂਜੀ, ਇਸੇ ਤਰ੍ਹਾਂ ਹੀ ਵਾਈਟ ਕਾਲਰ ਜੌਬਾਂ ਦੇ ਵਿੱਚ ਸਾਡਾ ਭਾਈਚਾਰਾ ਕੰਮ ਕਰਦਾ ਹੈਗਾ ਆ। ਸੋ ਸਵਾਲ ਇਹ ਪੈਦਾ ਹੁੰਦਾ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ। ਤੁਸੀਂ ਮੈਨੂੰ ਸਵਾਲ ਕੀਤਾ, ਚਾਹੀਦਾ ਇਹ ਹੈਗਾ ਆ ਕਿ ਇਹ ਜ਼ਰੂਰ ਸੋਚ ਕੇ ਚੱਲਣ ਕਿ ਜਿਹੜੇ ਬੱਚੇ ਆ ਰਹੇ ਹੈਗੇ ਆ ਇਹ ਸਾਡੇ ਭਾਈਚਾਰੇ ਦੇ ਬੱਚੇ ਆ। ਜਿੱਦਾਂ ਦਾ ਅਸੀਂ ਅੱਜ ਇਹਨਾਂ ਪ੍ਰਤੀ ਵਰਤਾਓ ਕਰਾਂਗੇ, ਮੇਰੇ ਕਹਿਣ ਤੋਂ ਭਾਵ ਹੈਗਾ ਕਿ ਜੇ ਅਸੀਂ ਥੋੜੇ ਬਹੁਤੇ ਵੀ ਫਰਜ਼ ਇਹਨਾਂ ਪ੍ਰਤੀ ਨਹੀਂ ਸਮਝਾਂਗੇ, ਉਹਨਾਂ ਦਾ ਸਾਥ ਨਹੀਂ ਦਿਆਂਗੇ, ਕੱਲ ਨੂੰ ਇੱਕ ਵੱਖਰੀ ਤਰ੍ਹਾਂ ਦੀ ਡਿਵਾਈਡੇਸ਼ਨ ਜਿਹੜੀ ਹੋਊਗੀ ਇੱਥੇ, ਕਿ ਜਿਹੜੇ ਇਸ ਤਰ੍ਹਾਂ ਹਾਰਡ ਹਾਲਾਤਾਂ ਦੇ ਨਾਲ ਸਾਹਮਣਾ ਕਰਕੇ ਪੱਕੇ ਹੋਏ ਹੋਣਗੇ ਕੈਨੇਡਾ ਦੇ ਵਿੱਚ, ਤੇ ਜਿਹੜੇ ਪਹਿਲਾਂ ਤੋਂ ਇੱਕ ਭਾਈ ਉਹਨਾਂ ਦੇ ਵਿੱਚ ਇੱਕ ਪਾੜਾ ਇੱਕ ਨਾ ਤੁਹਾਨੂੰ ਸਾਫ਼ ਦਿਖਾਈ ਦਿੰਦਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ। ਚਾਹੀਦਾ ਹੈਗਾ ਕਿ ਮੈਂ ਬਿਲਕੁਲ ਇਸ ਗੱਲ ਦੇ ਹੱਕ ਵਿੱਚ ਹੈਗਾ ਆ ਕਿ ਉਹਨਾਂ ਨੂੰ ਐਟ ਲੀਸਟ ਮੋਰਲ ਸਪੋਰਟ, ਜੇ ਤੁਸੀਂ ਫਾਈਨੈਂਸ਼ੀਅਲੀ ਨਹੀਂ ਕਰ ਸਕਦੇ ਕੋਈ ਗੱਲ ਨਹੀਂ, ਇੱਥੇ ਖਰਚੇ ਹੈਗੇ ਸਾਰਿਆਂ ਦੇ, ਮੋਰਲ ਸਪੋਰਟ ਤਾਂ ਅਸੀਂ ਕਰ ਸਕਦੇ ਹਾਂ ਨਾ, ਜਿੱਥੇ ਉਹਨਾਂ ਦੇ ਹੱਕ 'ਚ ਜਾ ਕੇ ਆਵਾਜ਼ ਤਾਂ ਉਠਾ ਸਕਦੇ ਹਾਂ, ਉਹਨਾਂ ਦੇ ਹੱਕ 'ਚ ਅਸੀਂ ਈਮੇਲਾਂ ਕਰ ਸਕਦੇ ਹਾਂ। ਜਿਹੜੇ ਇੱਥੋਂ ਦੇ ਕਾਉਂਸਲਰ ਹੈਗੇ ਆ ਜਾਂ ਐਮਪੀਪੀ ਹੈਗੇ, ਐਮਪੀ ਹੈਗੇ ਆ ਫੈਡਰਲ ਗਵਰਨਮੈਂਟ ਦੇ ਵਿੱਚ, ਐਟ ਲੀਸਟ ਅਸੀਂ ਉਹਨਾਂ ਦੇ ਸੁਰੱਖਿਅਤ ਮਾਹੌਲ ਵਾਸਤੇ ਆਵਾਜ਼ ਤਾਂ ਉਠਾ ਸਕਦੇ ਹਾਂ ਨਾ ਲੀਗਲੀ। ਤੁਸੀਂ ਈਮੇਲ ਕਰ ਸਕਦੇ ਹੋ ਆਪਣੇ ਜਿਹੜੀਆਂ ਸੰਬੰਧਤ ਜਿਹੜੇ ਡਿਪਾਰਟਮੈਂਟ ਹੈਗੇ ਆ ਜਾਂ ਐਮਪੀਪੀ ਹੈਗੇ ਆ। ਕਰ ਸਕਦੇ ਹਾਂ। ਹਾਂਜੀ, ਇਸੇ ਤਰ੍ਹਾਂ ਹੀ ਜਿੱਥੇ ਕਿਤੇ ਜਾਇਜ਼ ਲੱਗਦਾ ਆ ਤੁਸੀਂ ਉਹਨਾਂ ਦੇ ਹੱਕ 'ਚ ਜਾਓ, ਉਹਨਾਂ ਨੂੰ ਸਮਝਾਓ ਬੱਚਿਆਂ ਨੂੰ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਹੈ। ਕਿਉਂਕਿ ਪੁਰਾਣੇ ਲੋਕ ਇੱਥੇ ਰਹਿ ਰਹੇ, ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਆ ਕਿ ਜੇ ਕਿਸੇ ਦੇ ਪੈਸੇ ਮਾਰੇ ਜਾਂਦੇ ਜਾਂ ਇਦਾਂ ਦੀ ਕੋਈ ਘਟਨਾ ਜਦੋਂ ਹੁੰਦੀ ਆ ਤਾਂ ਫਿਰ ਕੀ ਕਰਨਾ ਚਾਹੀਦਾ। ਉਹਨਾਂ ਬੱਚਿਆਂ ਨੂੰ ਜ਼ਰੂਰ ਸਮਝਾਉਣਾ ਚਾਹੀਦਾ। ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹ ਰਿਹਾ ਸੀ ਵੀ ਜਦੋਂ ਹੁਣ ਪ੍ਰੋਟੈਸਟ ਹੋ ਰਹੇ ਸੀ, ਜਿਸ ਤਰ੍ਹਾਂ ਦਾ ਬਿਹੇਵ ਉੱਥੇ, ਜਿਸ ਤਰ੍ਹਾਂ ਦਾ ਕੰਮ ਉਹਨਾਂ ਬਿਜ਼ਨਸਮੈਨਾਂ ਨੇ ਕੀਤਾ ਕੁਛ ਇੱਕ, ਉਹ ਵੀ ਬਹੁਤ ਮਾੜੀ ਗੱਲ ਹੈ, ਹੱਦੋਂ ਮਾੜੀ ਗੱਲ ਹੈ। ਕਿਉਂਕਿ ਉਹਨਾਂ ਨੂੰ ਜਾਨ ਦੇਣੀ ਪੈਣੀ ਹੈ, ਕਿਸੇ ਕੋਲੋਂ ਬੱਚੇ ਕੋਲੋਂ ਕੰਮ ਕਰਾ ਕੇ ਉਹਦੇ ਪੈਸੇ ਨਾ ਦੇਣੇ ਅਤੀ ਘਿਨਾਉਣੀ ਗੱਲ ਹੈ, ਕੰਡੈਮ ਕਰਦੇ ਅਸੀਂ ਇਹਨੂੰ। ਲੇਕਿਨ ਦੂਜੇ ਪਾਸੇ ਜਿਹੜੇ ਬੱਚੇ ਹੈਗੇ ਆ, ਸਟੂਡੈਂਟ ਹੈਗੇ ਆ, ਜਾਂ ਜਿਹੜੇ ਅੰਤਰਰਾਸ਼ਟਰੀ ਕਾਮੇ ਹੈਗੇ ਆ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਦੇਸ਼ ਦੇ ਸਿਸਟਮ ਨੂੰ ਫਾਲੋ ਕਰਨਾ, ਉਹਨੂੰ ਸਮਝ ਕੇ ਚੱਲਣ ਕਿ ਜੇ ਤੁਹਾਡੇ ਪੈਸੇ ਮਾਰੇ ਗਏ ਆ, ਕੁਝ ਪ੍ਰਕਾਸ਼ਨ ਪਹਿਲਾਂ ਲੈਣ। ਜੇ ਪੈਸੇ ਮਾਰੇ ਗਏ ਤਾਂ ਉਹਦੀ ਬਿਲਕੁਲ ਤੁਸੀਂ ਸੜਕਾਂ ਨਾ ਰੋਕ ਦਿਓ ਜਾ ਕੇ, ਉਹ ਵੀ ਬਿਨਾਂ ਇਜਾਜ਼ਤ ਲਿਆ। ਇਜਾਜ਼ਤ ਲਓ, ਪੀਸਫੁਲੀ ਕਰੋ, ਸਿਰਫ ਮਾਟੋ ਫੜ ਕੇ ਉੱਥੇ ਖੜੋ, ਹੱਲਾ ਗੁੱਲਾ ਨਾ ਕਰੋ, ਏਦਾਂ ਦੇ ਨਾਅਰੇ ਨਾ ਲਾਓ ਜਿਨ੍ਹਾਂ ਦਾ ਮੀਨਿੰਗ ਜਿਹੜਾ ਹੈਗਾ ਉਹ ਬਿਲਕੁਲ ਆਪਾਂ ਕਹੀਏ ਕਿ ਸਭਿਅਕ ਨਾ ਹੋਵੇ। ਅਸੀਂ ਇੱਥੇ ਏਦਾਂ ਨਹੀਂ ਗੱਲਾਂ ਚੱਲਦੀਆਂ ਕਿ ਅਸੀਂ ਕਿਸੇ ਦੇ ਘਰ ਦੇ ਮੂਹਰੇ ਜਾ ਕੇ ਕਹੀਏ ਤੇ ਉਹਨੂੰ ਅਸੀਂ ਚੱਕ ਦਿਆਂਗੇ, ਤੇਰੇ ਫੱਟੇ ਚੱਕ ਦਿਆਂਗੇ ਜਾਂ ਧੌਣ ਤੇ ਗੋਡਾ ਰੱਖ ਦਿਆਂਗੇ। ਇਹ ਗੱਲਾਂ ਪੰਜਾਬ 'ਚ ਜ਼ਰੂਰ ਚੱਲਦੀਆਂ, ਲੇਕਿਨ ਇੱਥੋਂ ਦਾ ਸਿਸਟਮ ਜਿਹੜਾ ਹੈਗਾ ਆ ਉਹ ਇਹਨਾਂ ਗੱਲਾਂ ਨੂੰ ਸੀਰੀਅਸ ਲੈਂਦਾ ਹੈਗਾ ਆ, ਤੇ ਸਾਡਾ ਆਪਣਾ ਹੀ ਨੁਕਸਾਨ ਹੁੰਦਾ, ਸਾਡਾ ਆਪਣਾ ਹੀ ਕੇਸ ਜਿਹੜਾ ਖਰਾਬ ਹੁੰਦਾ ਇਹਨਾਂ ਗੱਲਾਂ ਦੇ ਨਾਲ। ਕਿਉਂਕਿ ਉਹ ਅੱਗੇ ਜਿਹੜੇ ਲੋਕ ਹੈਗੇ ਉਹ ਬੜੇ ਘਾਗ ਲੋਕ ਹੈਗੇ ਆ, ਉਹ ਇਹਨਾਂ ਗੱਲਾਂ ਨੂੰ ਇਹਨਾਂ ਦੇ ਖਿਲਾਫ ਹੀ ਬੇਸ ਬਣਾ ਲੈਂਦੇ ਆ। ਸੋ ਹਾਲਾਂਕਿ ਸਟੂਡੈਂਟ ਜਿਹੜੇ ਹੈਗੇ, ਕੱਲ ਮੈਂ ਉਦੋਂ 2 ਘਟਨਾ ਵੇਖਿਆ, ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ, ਬਹੁਤ ਵਧੀਆ ਸੀਗਾ ਉਹਦਾ ਬਿਹੇਵ। ਲੇਕਿਨ ਜਿਹੜੇ ਸਲੋਗਨ ਲਾਏ ਗਏ ਉਹਨਾਂ ਦੀ ਗੱਲ ਕਰ ਰਿਹਾ ਕਿ ਸਲੋਗਨ ਏਦਾਂ ਦੇ ਕਦੇ ਨਹੀਂ ਚਾਹੀਦੇ ਕਿ ਇੱਕੀ ਦੁੱਕੀ ਟੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ, ਫਿਰ ਜਕਾਰੇ ਵੀ ਲਾਉਣੇ, ਉੱਥੇ ਜਕਾਰੇ ਲਾਉਣੇ। ਕੋ ਸਾਡਾ ਜਕਾਰਾ ਜਿੱਥੇ 4 ਸਿੱਖ ਇਕੱਠੇ ਹੁੰਦੇ ਲੱਗਦਾ ਹੀ ਆ, ਇਹ ਗੱਲ ਕੋਈ ਹੈ ਨਹੀਂ ਹੈਗੀ, ਪਰ ਸੰਜਮਤਾ ਦੀ ਲੋੜ ਹਰ ਗੱਲ ਦੇ ਵਿੱਚ ਹੈਗੀ ਆ। ਮੈਂ ਤੁਹਾਨੂੰ ਦੱਸਣੀ ਚਾਹੂੰਗਾ ਕਿ ਸੰਜਮਤਾ ਦੀ ਲੋੜ ਹਰ ਥਾਂ ਦੇ ਉੱਤੇ ਹੈਗੀ ਆ, ਤੇ ਇਸ ਨਾਰਾ ਵੀ ਇੱਕ ਖਾਸ ਬੁਲੰਦੀਆਂ ਦੇ ਉੱਤੇ ਜਾ ਕੇ ਬੁਲਾਉਣਾ ਜਿਹੜਾ ਹੈਗਾ ਉਹੀ ਸ਼ੋਭਾ ਦਿੰਦਾ। ਸੋ ਹਾਂ, ਇਹ ਗੱਲ ਹੈਗੀ ਆ। ਮੈਂ ਤੁਹਾਨੂੰ ਜਿਹੜੀ ਦੱਸਣੀ, ਤੁਸੀਂ ਮੈਨੂੰ ਸਵਾਲ ਭਾਈਚਾਰੇ ਦਾ ਕੀਤਾ ਸੀ, ਜਿਹੜਾ ਸਰਕਾਰ ਜਿਹੜੀ ਹੈਗੀ ਆ ਕੈਨੇਡਾ ਦੀ, ਹਾਂਜੀ, ਉਹ ਉੱਥੇ ਮੈਂ ਤੁਹਾਨੂੰ ਜ਼ਰੂਰ ਇਹ ਦੱਸਣਾ ਚਾਹੂੰਗਾ ਕਿ ਜਿਹੜੀ ਵਾਈਂਡ ਅਪ ਆਪਾਂ ਕਰਾਂਗੇ ਪ੍ਰੋਗਰਾਮ ਨੂੰ, ਸ਼ਾਇਦ ਤੁਹਾਡਾ ਸਮਾਂ ਮੈਨੂੰ ਲੱਗਦਾ ਹੁਣ ਪ੍ਰੋਗਰਾਮ ਦਾ ਕਾਫੀ ਹੈਗਾ ਆ। ਜਿਹੜਾ ਕੈਨੇਡਾ ਗਵਰਨਮੈਂਟ ਹੈਗੀ ਆ,
ਕੈਨੇਡਾ ਜਿਹੜੀ ਗਵਰਨਮੈਂਟ ਹੈਗੀ ਆ ਉਹਨੂੰ ਕੀ ਕਰਨਾ ਚਾਹੀਦਾ ਐਟ ਲੀਸਟ। ਜੇ ਮੈਂ ਕਹਾਂ ਕਿ ਗਵਰਨਮੈਂਟ ਜਿਹੜੀ ਹੈਗੀ ਆ ਬਿਲਕੁਲ ਮੈਂ ਇਸ ਗੱਲ ਦੇ ਉੱਤੇ ਐਗਰੀ ਕਰਦਾ ਹੈਗਾ ਆ ਕਿ 22 ਕੇ 26 ਬਿਲੀਅਨ ਡਾਲਰ ਸਟੂਡੈਂਟਾਂ ਤੋਂ ਉਹ ਜੀ ਫੀਸਾਂ ਦੇ ਰੂਪ ਵਿੱਚ ਲੈ ਰਹੀ ਆ। ਇੱਕ ਵੱਡੀ ਠੀਕ ਹੈ ਆਰਥਿਕਤਾ ਦਾ ਜਿਹੜਾ ਅੱਜ ਬੈਕਬੋਨ ਜਿਹੜਾ ਬਣਿਆ ਹੋਇਆ ਆ ਉਹ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਆ ਰਹੇ ਆ ਉਹਨਾਂ ਦੀਆਂ ਫੀਸਾਂ ਹੈਗੀਆਂ ਨੇ, ਪਲੱਸ ਉਹ ਇੱਥੇ ਜੀ ਆ ਕੇ ਕੰਮ ਕਰ ਰਹੇ ਆ, ਇੱਥੋਂ ਦੀ ਇਕਨੋਮੀ 'ਚ ਯੋਗਦਾਨ ਪਾ ਰਹੇ ਆ। ਜੀ ਉਹ ਇੱਥੇ ਸਟੱਡੀ ਕਰਕੇ ਅੱਗੇ ਦੇਸ਼ ਨੂੰ ਆਪਣੇ ਤੌਰ ਤੇ ਕੰਟਰੀਬਿਊਸ਼ਨ ਦੇ ਰਿਹਾ। ਸੋ ਜੀ ਗਵਰਨਮੈਂਟ ਨੂੰ ਐਟ ਲੀਸਟ ਜਿਹੜੀ ਕੈਨੇਡਾ ਗਵਰਨਮੈਂਟ ਹੈ ਉਹਨੂੰ ਇਸ ਗੱਲ ਲਈ ਜ਼ਿੰਮੇਵਾਰ ਬਣਾਉਣਾ ਚਾਹੀਦਾ ਕਿ ਇਹਨਾਂ ਵਿਦਿਆਰਥੀਆਂ ਨੂੰ ਇੱਕ ਸੁਰੱਖਿਅਤ ਤੇ ਟਰਾਂਸਪੇਰੈਂਟ ਮਾਹੌਲ ਦੇਵੇ। ਐਟ ਲੀਸਟ ਜਿਹੜੇ ਇਹਨਾਂ ਦੇ ਕੁਝ ਆਵਰ ਹੈਗੇ ਉਹ ਵੀ ਵਧਾਵੇ। ਫੁੱਲ ਤਾਂ ਨਹੀਂ ਕੀਤੇ ਜਾ ਸਕਦੇ 40 ਆਵਰ, ਕਿਉਂਕਿ ਫਿਰ ਵਰਕ ਪਰਮਿਟ ਨਹੀਂ, ਲੇਕਿਨ ਮੇਰੇ ਕਹਿਣ ਤੋਂ ਭਾਵ ਹੈ ਕਿ ਉਹਨਾਂ ਦੇ ਕੁਝ ਆਵਰ ਵਧਾਵੇ ਕੰਮ ਕਰਨ, ਤਾਂ ਜੋ ਉਹਨਾਂ ਨੂੰ ਕੈਸ਼ ਤੇ ਕੰਮ ਕਰਨ ਦੀ ਲੋੜ ਨਾ ਪਵੇ। ਉਹਨਾਂ ਦੇ ਲੇਬਰ ਰੇਟ ਜਿਹੜੇ ਪ੍ਰੋਪਰ ਮੇਕ ਸ਼ੋਰ ਕੀਤੇ ਜਾਣ ਕਿ ਉਹਨਾਂ ਨੂੰ ਮਿਲਦੇ ਹੋਣ, ਸੁਰੱਖਿਅਤ ਮਾਹੌਲ ਹੋਵੇ ਜੀ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜਨ ਵਾਸਤੇ, ਤੇ ਜਿਹੜੀ ਤੁਸੀਂ ਜਾਣਕਾਰੀਆਂ ਦਿੱਤੀਆਂ ਕਿ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਹਨ ਉਹ ਕਿਸ ਤਰੀਕੇ ਨਾਲ ਉਹਨਾਂ ਨਾਲ ਜਿਹੜਾ ਸ਼ੋਸ਼ਣ ਹੋ ਰਿਹਾ ਹੈ ਉਹ ਬਚਾਅ ਕਿਸ ਤਰੀਕੇ ਨਾਲ ਕਰ ਸਕਦੇ ਹਨ। ਸੋ ਜਿਹੜੇ ਵੀ ਸਾਡੇ ਦਰਸ਼ਕ ਆ ਵੀਡੀਓ ਦੇਖ ਰਹੇ ਹਨ, ਗੁਰਮਤ ਸਿੰਘ ਬਾਰੀਆ ਜੀ ਜੋ ਕਿ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਹਨ, ਉਹਨਾਂ ਨੇ ਖਾਸ ਜਾਣਕਾਰੀ ਦਿੱਤੀ ਕਿ ਜਿਹੜੇ ਵੀ ਵਿਦਿਆਰਥੀ ਦੇ ਨਾਲ ਜਾਂ ਨੌਜਵਾਨ ਦੇ ਨਾਲ, ਪੰਜਾਬੀ ਨੌਜਵਾਨ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਾਂ ਸ਼ੋਸ਼ਣ ਹੋ ਰਿਹਾ ਹੈ, ਉਹਨਾਂ ਤੱਕ ਇਹ ਅਹਿਮ ਜਾਣਕਾਰੀ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।